ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਸਰਦਾਰ ਬਖਤੌਰ ਸਿੰਘ ਢਿੱਲੋਂ ਤੇ ਸ਼ਿਵਿੰਦਰ ਜੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ 24 ਜੂਨ ਤੇ ਸਮਾਂ ਜੀ 6:30 ਦਾ। ਤੁਸੀਂ ਇਸ ਵਕਤ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਜੀ, ਜਿਹਦਾ ਮੁੜ ਪ੍ਰਸਾਰਨ ਰਾਤ ਨੂੰ 10:30 ਵਜੇ ਅਤੇ ਅਗਲੀ ਸਵੇਰ 5:30 ਵਜੇ ਹੁੰਦਾ। ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੁਡੇ ਦਾ ਪ੍ਰੋਗਰਾਮ ਗੀਤ ਬਹਾਰ ਭਾਰਤੀ ਸਮੇਂ ਅਨੁਸਾਰ ਸਵੇਰੇ 7:30 ਵਜੇ ਸੁਣ ਸਕਦੇ ਹੋ। 2 ਘੰਟੇ ਚੱਲਣ ਵਾਲੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਮਨਪਸੰਦ ਗੀਤ, ਤੁਹਾਡੇ ਦਿਲ ਦੀਆਂ ਗੱਲਾਂ, ਤੁਹਾਡੀਆਂ ਰਚਨਾਵਾਂ ਅਤੇ ਸਾਡੇ ਮਹਿਮਾਨਾਂ ਦੇ ਨਾਲ ਗੱਲਬਾਤ ਕਰਾਈ ਜਾਂਦੀ ਹੈ। ਤੁਹਾਡੇ ਫੋਨ ਕਾਲਸ, ਖੁੱਲ੍ਹੀਆਂ ਫੋਨ ਕਾਲਸ ਲਈਆਂ ਜਾਂਦੀਆਂ ਨੇ। ਸਟੂਡੀਓ ਦੇ ਨੰਬਰ ਨੇ ਜੀ 92 164 10666, 98 149 10666। ਇਹਨਾਂ 2 ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਵਟਸਐਪ ਮੈਸੇਜ ਕਰ ਸਕਦੇ ਹੋ। ਅੱਜ ਦਾ ਇਹ ਪ੍ਰੋਗਰਾਮ ਪਹੁੰਚਾਇਆ ਜੀ ਤੁਹਾਡੇ ਤੱਕ ਜਗਜੀਤ ਸਿੰਘ ਲੰਡਨ ਵੱਲੋਂ। ਉਹਨਾਂ ਦੇ ਬੇਟੇ ਦਾ ਅੱਜ ਜਨਮ ਦਿਨ ਹੈ ਜੀ। ਬਹੁਤ ਬਹੁਤ ਮੁਬਾਰਕਾਂ ਜਗਜੀਤ ਜੀ ਨੂੰ, ਜਗਜੀਤ ਦੇ ਪਰਿਵਾਰ ਨੂੰ ਅਤੇ ਬੇਟੇ ਨੂੰ। ਪਰਮਾਤਮਾ ਇਹਨਾਂ ਦੀ ਉਮਰ ਲੰਮੀ ਕਰੇ, ਕਾਮਯਾਬੀਆਂ ਬਖਸ਼ੇ। ਇਸ ਰੇਡੀਓ ਪੰਜਾਬ ਟੁਡੇ ਪਰਿਵਾਰ ਸਾਰਿਆਂ ਨੂੰ ਵਧਾਈ ਦਿੰਦਾ ਜੀ। ਜੇਕਰ ਤੁਸੀਂ ਟਰੱਕਰ ਹੋ ਅਤੇ ਤੁਸੀਂ ਸੈਟਲ ਦੇ ਨੇੜੇ ਤੇੜੇ ਰਹਿੰਦੇ ਹੋ ਅਤੇ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਤਾਂ ਵਾਸ਼ਿੰਗਟਨ ਫਰੇਟ ਸਰਵਿਸ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਆ। ਰੋਜ਼ਾਨਾ ਕੰਮ ਤੋਂ ਤੁਸੀਂ ਘਰੇ ਜਾ ਸਕਦੇ ਹੋ, ਬੱਚਿਆਂ ਨਾਲ ਵੱਧ ਸਮਾਂ ਬਤੀਤ ਕਰ ਸਕਦੇ ਹੋ ਅਤੇ ਇਨਕਮ ਵੀ ਪੂਰੀ ਕਮਾ ਸਕਦੇ ਹੋ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਟਰਾਂਸ ਕੈਨੇਡਾ ਚੱਲਣ ਵਾਲੇ ਟਰੱਕਰ ਵੀਰ, ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਟਰੱਕ ਜਾਂ ਸੈਮੀ ਜਾਂ ਟ੍ਰੇਲਰ ਦੇ ਵਿੱਚ, ਤਾਂ ਇੱਕ ਨੰਬਰ ਨੋਟ ਕਰਕੇ ਰੱਖੋ, ਬਲਤੇਜ ਸਿੰਘ ਪਨੇਸਰ ਹੋਰਾਂ ਦਾ 2044592000। ਉਹਨਾਂ ਦੀ ਕਾਲ ਟਰੱਕ ਐਂਡ ਟ੍ਰੇਲਰ 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ ਵਿਖੇ ਹੈ ਅਤੇ ਇੱਥੇ ਤੁਹਾਨੂੰ ਖੁੱਲ੍ਹੀ ਪਾਰਕਿੰਗ, ਵਾਸ਼, ਕੁਇਕ ਟਰੱਕ ਲੀਵ ਦੇ ਨਾਲ ਪਹਿਲਾਂ ਵਾਂਗੂ ਵਿੰਡ ਸਕਰੀਨ ਚੇਂਜ, ਬ੍ਰੇਕਸ, ਕਲੱਚ, ਇੰਜਨ ਰੀਬਿਲਟ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਅਤੇ DOT ਸੇਫਟੀ ਕੀਤੀ ਜਾਂਦੀ ਹੈ। ਕਹਿਣ ਤੋਂ ਭਾਵ ਸੈਮੀ ਅਤੇ ਟ੍ਰੇਲਰ ਦਾ ਤਮਾਮ ਕੰਮ ਕੀਤੇ ਜਾਂਦੇ ਨੇ। ਬੇਕਰਸਵੀਲ ਏਰੀਆ ਦੇ ਵਿੱਚ ਬਹੁਤ ਹੀ ਟਰਸਟਡ ਨੇਮ ਹੈ ਜੀ ਜਤਿੰਦਰ ਸਿੰਘ ਤੂਰ ਹੋਰਾਂ ਦਾ 6617541722 'ਤੇ ਕਾਲ ਕਰਕੇ ਤੁਸੀਂ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਲੈਣੀ ਹੈ, ਬਿਜ਼ਨਸ ਲੈਣਾ ਹੈ ਜਾਂ ਫਿਰ ਸੋਲਰ ਸਿਸਟਮ ਲਾਉਣਾ ਤਾਂ ਕਾਲ ਕਰ ਸਕਦੇ ਹੋ। ਸ਼ਿਵਿੰਦਰ ਜੀ ਨਾਲ ਗੱਲਬਾਤ ਅੱਗੇ ਤੁਰਨ ਤੋਂ ਪਹਿਲਾਂ ਕੁਝ ਵਪਾਰਕ ਹੋਰ ਸੁਨੇਹੇ ਤੇ ਫਿਰ ਹਾਜ਼ਰ। ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ, ਕਮਿੰਸ, ISX, ਵੋਲਵੋ, ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰੀਜਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ। ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519-622-0660, 519622-0660 QTL, because we care. ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661-797-2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ।
ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556 02071। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਕੈਲੀਫੋਰਨੀਆ ਦੇ ਵਿੱਚ ਜੇਕਰ ਕਿਸੇ ਪ੍ਰਕਾਰ ਦੀ ਇਮੀਗ੍ਰੇਸ਼ਨ ਅਸਿਸਟੈਂਸ ਚਾਹੁੰਦੇ ਹੋ, ਸਿਟੀਜ਼ਨਸ਼ਿਪ ਵਿੱਚ, ਵਰਕ ਪਰਮਿਟ, ਫੈਮਿਲੀ ਪਟੀਸ਼ਨ, OCI ਕਾਰਡ, ਇੰਡੀਅਨ ਪਾਸਪੋਰਟ, ਪ੍ਰੋਸੈਸ ਸਰਵਿਸ, ਕੋਰਟ ਫਾਈਲਿੰਗ, ਨੋਟਰੀ ਪਬਲਿਕ ਜਾਂ ਐਮਰਜੈਂਸੀ ਵੀਜ਼ਾ ਹੋਵੇ, ਇੰਡੀਆ ਦਾ ਤਾਂ ਬਹੁਤ ਹੀ ਟਰਸਟਡ ਨੇਮ ਹੈ ਜੀ ਸੇਖੋਂ ਇਮੀਗ੍ਰੇਸ਼ਨ ਸਰਵਿਸ, ਜੋ ਰਜਿਸਟਰਡ ਤੇ ਬਾਉਂਡਡ ਨੇ। ਤੁਸੀਂ ਗੁਰਸ਼ਰਨ ਸੇਖੋਂ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ 5102009988 ਤੇ 510 299 88 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਸ਼ਵਿੰਦਰ ਜੀ ਮੌਜੂਦ ਨੇ। ਸ਼ਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਧੰਨਵਾਦ ਸਰ, ਮਿਹਰਬਾਨੀ ਜੀ। ਸ਼ਵਿੰਦਰ ਜੀ, ਸਭ ਤੋਂ ਪਹਿਲਾਂ ਚਰਚਾ ਕਰੀਏ ਤਾਂ ਪੰਜਾਬ ਦੇ ਬਹੁਤ ਹੀ ਚਰਚਿਤ ਰੌਲੇ ਦੀ। ਕਹਿੰਦੇ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਘਰਦਿਆਂ ਨੂੰ ਦੇ। ਸੋ ਨੌਕਰੀਆਂ ਘਰ ਘਰ ਦੇਣੀਆਂ ਸੀ ਪਰ ਆਪਣਿਆਂ ਨੂੰ ਦੇਣ ਲੱਗ ਪਏ। ਪਰ ਜਿਸ ਤਰ੍ਹਾਂ ਬਾਜਵਾ ਸਾਹਿਬ, ਪ੍ਰਤਾਪ ਬਾਜਵਾ ਦੇ ਭਤੀਜੇ ਨੇ ਅੱਜ ਰੋ ਕੇ ਨੌਕਰੀ ਛੱਡੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ, ਕੀ ਕਹੋਗੇ? ਦੇਖੋ, ਇਹਦੇ ਵਿੱਚ ਇੱਕ ਤਾਂ ਜਿਹੜਾ ਵੱਡਾ ਯੋਗਦਾਨ ਹੈ ਨਾ, ਉਹ ਲੋਕਾਂ ਦਾ ਵੀ ਹੈ। ਲੋਕਾਂ ਨੇ ਇਹਦੀ ਮੁਖਾਲਫਤ ਕੀਤੀ ਰੱਜ ਕੇ, ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਤਾਂ ਤੁਸੀਂ ਸਿਰਫ ਤੇ ਸਿਰਫ ਜਿਹੜਾ ਨੌਕਰੀਆਂ ਦਾ ਪਖੰਡ ਕੀਤਾ ਸੀ ਉਹਦੇ ਬਹਾਨੇ ਕਿ ਇਹ ਨੌਕਰੀਆਂ ਆਪਣਿਆਂ ਨੂੰ ਦੇਣ ਵਾਸਤੇ ਸੀਗੀਆਂ। ਜਦੋਂ ਇਹ ਚਾਰੇ ਪਾਸਿਓਂ ਚਫੇਰਿਓਂ ਨਿੰਦਾ ਹੋਈ ਤਾਂ ਫਿਰ ਤੁਹਾਨੂੰ ਪਤਾ ਵੀ ਉਦੋਂ ਬਾਅਦ ਵਿੱਚ ਇਹ ਐਕਸ਼ਨ ਕਰਨਾ ਹੀ ਪੈਣਾ ਸੀਗਾ। ਫਤਿਹ ਜੰਗ ਬਾਜਵਾ ਦੇ ਲੜਕੇ ਨੇ ਨੌਕਰੀ ਜਿਹੜੀ ਛੱਡਣ ਦਾ ਫੈਸਲਾ ਲੈ ਲਿਆ ਸੀ ਤੇ ਅੱਜ ਜਿਵੇਂ ਉਹਨੇ ਆਪਣਾ ਸਾਰਾ ਜਿਹੜਾ ਦੁੱਖੜਾ ਸੁਣਾਇਆ, ਉਹਦੇ ਤੋਂ ਤਾਂ ਇਹ ਸਾਫ਼ ਹੈ ਕਿ ਠੀਕ ਹੈ ਕਿ ਕਾਂਗਰਸ ਦੇ ਅੰਦਰੋਂ ਵੀ ਆਵਾਜ਼ਾਂ ਉੱਠੀਆਂ ਨੇ, ਵਿਰੋਧੀ ਪਾਰਟੀਆਂ ਨੇ ਵੀ ਘੇਰਿਆ। ਪਰ ਮੈਂ ਦੇਖਿਆ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਸੋਸ਼ਲ ਮੀਡੀਆ ਉੱਤੇ ਜਾਂ ਲੋਕਾਂ ਦੀ ਆਵਾਜ਼ ਉੱਠਦੀ ਰਹੀ ਹੈ ਕਿ ਦੇਖੋ ਜੀ ਸਰਕਾਰ ਕੀ ਪਖੰਡ ਕਰਨ ਲੱਗੀ ਹੈ। ਇੱਕ ਪਾਸੇ ਤੁਸੀਂ ਦੇਖੋ ਕਿ ਹਾਲੇ ਵੀ ਪਟਿਆਲੇ ਦਾ ਮੋਤੀ ਮਹਿਲ ਘੇਰਿਆ ਹੋਇਆ ਹੈ, ਅਧਿਆਪਕਾਂ ਨੇ ਪ੍ਰੋਟੈਸਟ ਕਰ ਰਹੇ ਨੇ, ਸਿੱਖਿਆ ਮੰਤਰੀ ਦੇ ਦਰ ਤੇ ਕਰ ਰਹੇ ਨੇ ਵੀ ਸਾਨੂੰ ਭਾਈ ਤੁਸੀਂ ਕੱਚਿਆਂ ਨੂੰ ਪੱਕਿਆਂ ਨਹੀਂ ਕੀਤਾ। ਕੱਚਿਆਂ ਨੂੰ ਪੱਕਿਆਂ ਕਰਨ ਲਈ ਤਾਂ ਇੰਨਾ ਟਾਈਮ ਲੱਗ ਜਾਂਦਾ ਇਹਨਾਂ ਕੋਲ, ਠੀਕ ਹੈ। ਨੌਕਰੀਆਂ ਨੇ, ਮਲਾਈਦਾਰ ਨੌਕਰੀਆਂ ਝੱਟ ਆਪਣਿਆਂ ਨੂੰ ਦਿੱਤੀਆਂ ਨੇ, ਇਹ ਕਹਿ ਕੇ ਕਿ ਜੀ ਇਹਨਾਂ ਦੇ ਪਰਿਵਾਰ ਵਾਲਿਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ। ਕੁਰਬਾਨੀਆਂ ਤਾਂ ਸਭ ਇਹ ਵੀ ਕਰ ਰਹੇ ਨੇ ਵਿਚਾਰੇ, ਜਿਹੜੇ ਆਪਣੇ ਜਿਹੜੇ ਰੋਜ਼ ਕੁੱਟ ਖਾਂਦੇ ਨੇ, ਇੰਨਾ ਪੜ੍ਹੇ ਹੈਗੇ ਨੇ, ਪਤਾ ਨਹੀਂ ਕਿਸ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਗੁਜ਼ਰੇ ਹੋਣਗੇ। ਸੋ ਇਹ ਇੱਕ ਬਹਾਨੇਬਾਜ਼ੀ ਸੀ। ਹੋਣਾ ਤਾਂ ਇਹ ਚਾਹੀਦਾ ਕਿ ਨੌਕਰੀ ਸਭ ਨੂੰ ਮਿਲੇ, ਰੁਜ਼ਗਾਰ ਸਭ ਨੂੰ ਮਿਲਣਾ ਚਾਹੀਦਾ। ਜੇ ਅਸੀਂ ਆਪਣੇ ਸਟੇਟ ਨੂੰ ਇੱਕ ਕਲਿਆਣਕਾਰੀ ਸਟੇਟ ਕਹਿੰਦੇ ਹਾਂ, ਜੇ ਕਲਿਆਣਕਾਰੀ ਸਟੇਟ ਦੀ ਭੂਮਿਕਾ ਨਹੀਂ ਤਾਂ ਪਹਿਲੀ ਤਾਂ ਗੱਲ ਹੈ ਕਲਿਆਣਕਾਰੀ ਸਟੇਟ ਤੇ ਤਾਂ
ਇਹ ਮਸਲਾ ਹੋਣਾ ਹੀ ਨਹੀਂ ਚਾਹੀਦਾ ਸੀ ਵੀ ਅਸੀਂ ਤੁਹਾਨੂੰ ਨੌਕਰੀ ਦੇਵਾਂਗੇ ਤਾਂ ਵੋਟ ਪਾਓ। ਪਰ ਕਲਿਆਣਕਾਰੀ ਸਟੇਟ ਤਾਂ ਕਲਿਆਣਕਾਰੀ ਹੈਗਾ, ਪਰ ਕਲਿਆਣ ਕਿਹਦਾ ਕਰਨਾ ਉਹ ਅਲੱਗ ਜੁਦਾ ਗੱਲ ਹੈ, ਉਹ ਅਲੱਗ ਵਿਸ਼ਾ ਹੈਗਾ। ਉਹ ਕਲਿਆਣ ਫਿਰ ਤੁਹਾਨੂੰ ਪਤਾ ਹੀ ਆ ਵੀ ਆਪਣਿਆਂ ਦਾ ਹੀ ਹੋ ਰਿਹਾ ਹੈਗਾ। ਤੇ ਇਸ ਕਰਕੇ ਇਸ ਚੀਜ਼ ਨੂੰ ਮੈਂ ਤਾਂ ਜਿਹੜੇ ਪੰਜਾਬ ਦੇ ਲੋਕਾਂ ਦੇ ਸਿਰ ਤੇ ਹੀ ਸਿਹਰਾ ਦੇਵਾਂਗਾ ਵੀ ਉਹਨਾਂ ਨੇ ਮਤਲਬ ਇਹਦੀ ਲਗਾਤਾਰ ਵਿਰੋਧਤਾ ਕੀਤੀ ਹੈ, ਬੁਲੰਦ ਆਵਾਜ਼ ਹੋਈ ਹੈ, ਤੇ ਹੁਣ ਜਾ ਕੇ ਸਰਕਾਰ ਨੂੰ ਵੀ ਲੱਗਿਆ ਨਹੀਂ ਭਾਈ ਅਸੀਂ ਆਪਣੇ ਘਰੋਂ ਵੀ ਘਿਰੇ ਹਾਂ, ਵਿਰੋਧੀਆਂ ਕੋਲੋਂ ਵੀ ਘਿਰੇ ਹਾਂ, ਤੇ ਲੋਕਾਂ ਨੇ ਵੀ ਘਿਰੇ ਹਾਂ। ਜੀ ਅੱਛਾ, ਇੱਕ ਚੀਜ਼ ਦੱਸੋ ਵੀ ਇਹ ਚਰਚਾ ਸੀ, ਮੈਂ ਅੱਜ ਪੜ੍ਹ ਰਿਹਾ ਸੀ, ਇੱਕ ਗੱਲ ਚੱਲੀ ਹੈ ਕਿ ਜਿਹੜੇ ਬਾਜਵਾ ਸਾਹਿਬ ਦੇ ਫਾਦਰ ਸੀਗੇ ਉਹਨਾਂ ਦੀ ਕਹਿੰਦੇ ਮੌਤ ਜਿਹੜੀ ਹੋਈ ਸੀ, ਜਿਨ੍ਹਾਂ ਨੂੰ ਇਹ ਤਾਂਹੀਏ ਕਹਿ ਰਹੇ ਕਿ ਅਸੀਂ ਅੱਤਵਾਦ ਪੀੜਤ ਹੈ, ਅਸਲੀਅਤ ਉਹ ਕੀ ਚੀਜ਼ ਸੀਗੀ? ਦੇਖੋ ਇਹਨਾਂ ਨੇ ਜਿਵੇਂ ਕਿਹਾ ਕਿ ਉਹ ਮਤਲਬ ਅੱਤਵਾਦ ਪੀੜਤ ਸੀਗੀ। ਹੁਣ ਦੇਖੋ ਉਹ ਜਿਹੜਾ ਟਾਈਮ ਆ ਨਾ, ਉਹ ਟਾਈਮ ਕੁਝ ਏਦਾਂ ਦਾ ਸੀਗਾ ਜਿਹਦੇ ਵਿੱਚ ਤੁਸੀਂ ਇਹ ਕਹਿਣਾ ਮੁਸ਼ਕਿਲ ਹੈ, ਕਿਉਂਕਿ ਉਸ ਟਾਈਮ ਦੇ ਵਿੱਚ ਕੀ ਹੁੰਦਾ ਸੀਗਾ ਸਵਰਨ ਸਿੰਘ ਜੀ, ਬਹੁਤ ਸਾਰੇ ਬੰਦੇ ਤਾਂ ਸੱਚੀ ਮੁੱਚੀ ਮਿਲੀਟੈਂਟ ਦੇ ਨਿਸ਼ਾਨੇ ਉੱਤੇ ਰਹੇ ਸੀਗੇ, ਠੀਕ ਹੈ। ਕੁਝ ਬੰਦੇ ਉਹ ਸੀਗੇ ਜਿਹੜੇ ਕਿ ਮਿਲੀਟੈਂਟ ਦੇ ਨਿਸ਼ਾਨੇ ਤੇ ਵੀ ਇਸ ਲਈ ਰਹੇ ਵੀ ਉਹ ਸੱਚੀ ਭਾਵਨਾ ਨਾਲ ਮਿਲੀਟੈਂਟ ਦਾ ਨਹੀਂ ਵਿਰੋਧ ਕਰਦੇ ਸੀ ਵਿਚਾਰਾਤਮਕ ਤੌਰ ਤੇ। ਉਹ ਸਰਕਾਰ ਦੇ ਇੱਕ ਤਰ੍ਹਾਂ ਦੇ ਜਿਵੇਂ ਟਾਊ ਟੱਪਾ ਸ਼ਬਦ ਵਰਤਦੇ ਆ, ਉਹ ਭੂਮਿਕਾ ਚ ਹੁੰਦੇ ਸੀਗੇ। ਕੁਝ ਤੁਹਾਡੀ ਆਵਾਜ਼ ਹਿੱਲਣ ਲੱਗ ਪਈ ਥੋੜੀ ਜੀ, ਕੀ ਆਵਾਜ਼ ਆ ਰਹੀ ਹੈ ਹੁਣ? ਆ ਰਹੀ ਹੈ ਜੀ, ਹਾਂਜੀ ਹਾਂਜੀ। ਇਹਨਾਂ ਦੀ ਭੂਮਿਕਾ ਉਦੋਂ ਦੋਗਲੀ ਰਹਿੰਦੀ ਸੀ, ਉਹ ਮਤਲਬ ਇੱਕ ਤਰਫ ਮਿਲੀਟੈਂਟ ਨਾਲ ਵੀ ਸੀ, ਇੱਕ ਤਰ੍ਹਾਂ ਨਾਲ ਸਰਕਾਰ ਦੇ ਨਾਲ ਵੀ ਸੀਗਾ। ਸੋ ਇਸ ਤਰ੍ਹਾਂ ਉਦੋਂ 3-4 ਕਿਸਮਾਂ ਸੀਗੀਆਂ। ਹੁਣ ਇੱਕਦਮ ਮਤਲਬ ਇਹਦੇ ਬਾਰੇ ਕਹਿ ਦੇਣਾ ਵੀ ਉਹ ਕਿਹੜੀ ਭੂਮਿਕਾ ਵਿੱਚ ਸੀਗਾ, ਇਹ ਮੁਸ਼ਕਿਲ ਹੈ। ਸੋ ਬਿਲਕੁਲ ਜੀ, ਗੱਲਾਂ ਇਹ ਤਾਂ ਤੁਹਾਡੀ ਗੱਲ ਸਹੀ ਹੈ, ਪਰ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਆਪਣਿਆਂ ਨੇ ਹੀ ਬਹੁਤ ਵਿਰੋਧ ਕੀਤਾ, ਲੋਕਾਂ ਨੇ ਹੀ ਬੜਾ ਵਿਰੋਧ ਕੀਤਾ, ਕਾਂਗਰਸ ਦੇ ਵਿੱਚੋਂ ਵੀ ਬਹੁਤ ਵਿਰੋਧ ਹੋਣ ਲੱਗ ਪਿਆ ਸੀ ਇਹਦਾ। ਜੀ ਅੱਛਾ ਸ਼ਵਿੰਦਰ ਜੀ, ਦੂਸਰੀ ਗੱਲ ਇੱਕ ਹੁਣ ਆਪਾਂ ਥੋੜ੍ਹੇ ਜਿਹੇ ਹਰਿਆਣੇ ਵੱਲ ਨੂੰ ਚੱਲ ਰਹੀ ਹੈ, ਕੁਝ ਤਸਵੀਰਾਂ ਅੱਜ ਕੱਲ੍ਹ ਵਾਇਰਲ ਹੋ ਰਹੀਆਂ, ਉਹਦੇ ਬਾਰੇ ਤੁਹਾਨੂੰ ਨੌਲੇਜ ਹੈ, ਆਪਾਂ ਗੱਲ ਕਰ ਸਕਦੇ ਹਾਂ, ਪਰ ਉਹਨੂੰ ਛੇੜਾਂਗੇ ਜ਼ਰੂਰ। ਇੱਕ ਵੀਡੀਓ ਫੋਟੋਆਂ ਵਾਇਰਲ ਹੋ ਰਹੀਆਂ ਨੇ ਦਾਦੂਵਾਲ ਦੀਆਂ, ਉਹ ਹੱਥ ਜੋੜ ਕੇ ਖੜੇ ਨੇ ਖੱਟੜ ਸਾਹਿਬ ਦੇ ਅੱਗੇ, ਉਹਦਾ ਵੀ ਸੋਸ਼ਲ ਮੀਡੀਆ ਤੇ ਬੜਾ ਵਿਰੋਧ ਹੋ ਰਿਹਾ। ਤੇ ਨਾਲ ਦੀ ਨਾਲ ਰਾਣਾ ਜਿਹੜੇ ਗੋਲਡਨ ਹੱਟ ਵਾਲੇ ਨੇ, ਉਹਨਾਂ ਦੇ ਹੱਕ ਦੇ ਉਹਨਾਂ ਦੇ ਵੀ ਹੰਝੂ ਵਹੇ, ਜਿਵੇਂ ਟਕੈਤ ਦੇ ਵਹੇ ਸੀ, ਤੇ ਇਹਨਾਂ ਦੇ ਵਹੇ ਵੀ ਜਿਹੜੇ ਆ ਉਹਨਾਂ ਨੇ ਵੀ ਦੁਨੀਆ ਹਿਲਾ ਕੇ ਰੱਖ ਦਿੱਤੀ ਹੈ। ਇਹ ਕਿਉਂ ਬਈ ਹੈ? ਦੋ ਖਬਰਾਂ ਨੇ ਜੀ, ਦੇਖੋ ਦੋਵੇਂ ਹੀ ਹਰਿਆਣੇ ਦੇ ਵਿੱਚੋਂ ਆ ਰਹੀਆਂ ਹੈਗੀਆਂ ਨੇ, ਤੇ ਦੋਵੇਂ ਖਬਰਾਂ ਦਾ ਪਹਿਲਾਂ ਦਾਦੂਵਾਲ ਵਾਲੀ ਖਬਰ ਆ, ਉਹ ਖੱਟੜ ਦੇ ਕੋਲ ਖੜਾ ਦਾਦੂਵਾਲ ਦੀ ਭੂਮਿਕਾ ਬਾਰੇ ਮੇਰੇ ਖਿਆਲ ਤੁਸੀਂ ਪਿਛਲੀ ਵਾਰ ਪਤਾ ਨਹੀਂ ਪਿਛਲੀ ਵਾਰ ਮੇਰੇ ਕੋਲੋਂ ਸਵਾਲ ਪੁੱਛਿਆ ਸੀਗਾ, ਤੇ ਮੈਂ ਕਿਹਾ ਸੀਗਾ ਵੀ ਉਹਨਾਂ ਦੀ ਜਿਹੜੀ ਭੂਮਿਕਾ ਹੈਗੀ ਹੈ ਉਹ ਸਦਾ ਹੀ ਸਵਾਲਾਂ ਦੇ ਘੇਰੇ ਰਹੀ ਹੈ। ਬਿਲਕੁਲ, ਕਿਉਂਕਿ ਉਹ ਇੱਕ ਤਰ੍ਹਾਂ ਦੇ ਸ਼ੱਕੀ ਵਿਅਕਤੀ ਰਹੇ ਨੇ। ਦਾਦੂਵਾਲ ਹੋ ਗਿਆ, ਧੁੰਮਾ ਹੋ ਗਿਆ, ਸਮੇਂ ਤੇ ਇੱਕ ਸਮੇਂ ਸੀ ਜਦੋਂ ਸਰਸੇ ਵਾਲੇ ਦਾ ਵਿਰੋਧ ਕਰਦੇ ਸੀ, ਇੱਕ ਟਾਈਮ ਉਹ ਵੀ ਫਿਰ ਸੀਗਾ ਜਦੋਂ ਦਾਦੂਵਾਲ ਵਰਗੇ ਉਹਦੀਆਂ ਵੋਟਾਂ ਨਾਲ ਜਿੱਤਦੇ ਰਹੇ ਨੇ, ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਜਿੱਤਦੇ ਰਹੇ ਨੇ। ਸੋ ਇਹ ਮਤਲਬ ਹੁਣ ਜਿਸ ਢੰਗ ਨਾਲ ਤੁਸੀਂ ਦੰਡੌਤ ਹੋ ਰਹੇ ਹੋ, ਉਹ ਤਾਂ ਸਾਰੀ ਕਹਾਣੀ ਇਹੀ ਹੈ ਵੀ ਤੁਹਾਡੀ ਮਿਲੀ ਭੁਗਤ ਹੈ, ਭਾਵੇਂ ਕਿ ਤੁਸੀਂ ਬਾਅਦ ਚ ਕਹੋ ਵੀ ਅਸੀਂ ਜੀ ਸਿੱਖਾਂ ਦੇ ਮਸਲਿਆਂ ਲਈ ਗਏ ਸੀ, ਫਲਾਣੇ ਲਈ ਗਏ ਸੀਗੇ, ਪਰ ਉੱਥੇ ਜਿਸ ਢੰਗ ਨਾਲ ਪੇਸ਼ਕਾਰੀ ਹੋਈ ਹੈ ਤੁਹਾਡੀ, ਤੇ ਕੀ ਉਹ ਜਿਹੜਾ ਕਿ ਬਹੁਤ ਸਾਰੇ ਸਵਾਲ ਸੀ ਨਾ ਕਿ ਕਿਸਾਨ ਮੋਰਚੇ ਨੂੰ ਖੰਡਾਉਣ ਲਈ ਤੁਸੀਂ ਕੋਈ ਏਦਾਂ ਦਾ ਸੈਂਸਿਟਿਵ ਮੁੱਦਾ ਚੁੱਕੋਗੇ ਜਿਹੜੀ ਕਿ ਸਰਕਾਰ ਵੀ ਚਾਹੁੰਦੀ ਹੈ ਕਿ ਇਸ ਤਰ੍ਹਾਂ ਦਾ ਸੈਂਸਿਟਿਵ ਮੁੱਦਾ ਹੋਵੇ, ਤੇ ਉਹ ਸਾਰੇ ਦੇ ਵਿੱਚ ਜਿਹੜੀ ਤੁਹਾਡੀ ਮੁਲਾਕਾਤ ਹੁੰਦੀ ਹੈ ਉਹ ਆਪਸ ਵਿੱਚ ਉਹਦੀਆਂ ਤਾਰਾਂ ਜੁੜ ਜਾਂਦੀਆਂ ਹੈਗੀਆਂ। ਸੋ ਜਦੋਂ ਇਹ ਤਾਰਾਂ ਜੁੜ ਜਾਂਦੀਆਂ ਨੇ ਤਾਂ ਫਿਰ ਸਵਾਲ ਜਿਹੜਾ ਖੜਾ ਹੁੰਦਾ ਖਾਸ ਕਰ ਉਹਨਾਂ ਬੰਦਿਆਂ ਦੇ ਉੱਤੇ ਹੁੰਦਾ ਜੋ ਕੋਈ ਪਹਿਲਾਂ ਵੀ ਬਹੁਤ ਸਾਰੇ ਵਿਵਾਦਾਂ ਦੇ ਵਿੱਚ ਰਹੇ ਆ। ਗੱਲ ਤਾਂ ਹਮੇਸ਼ਾ ਹੀ ਉਹਨਾਂ ਦੀ ਹੁੰਦੀ ਹੈ ਜਿਹੜੇ ਵਿਵਾਦਾਂ 'ਚ ਰਹੇ ਹੁੰਦੇ ਨੇ। ਉਹ ਕਈ ਬੰਦੇ ਜਿਵੇਂ ਜਿਵੇਂ ਹੈ ਨਾ ਕਿ ਜੇਕਰ ਕੋਈ ਆਮ ਬੰਦੇ ਉੱਤੇ ਕਿਹਾ ਜਾਵੇ ਵੀ ਦੇਖੋ ਇਹ ਕਿਉਂ ਗਿਆ, ਤਾਂ ਮੰਨਿਆ ਜਾ ਸਕਦਾ ਵੀ ਠੀਕ ਹੈ ਕਿ ਕੋਈ ਭਾਈ ਆਪਣੀ ਕਮਿਊਨਿਟੀ ਦਾ ਕੋਈ ਮਸਲਾ ਲੈ ਕੇ ਗਿਆ ਹੋਊਗਾ। ਪਰ ਜਦੋਂ ਇਸ ਤਰ੍ਹਾਂ ਦੇ ਬੰਦੇ ਜਾਂਦੇ ਨੇ, ਇਸ ਤਰ੍ਹਾਂ ਦੇ ਬੰਦਿਆਂ ਦੇ ਜਾਣ ਦਾ ਇਕੱਲਾ ਆਮ ਮੰਤਵ ਨਹੀਂ ਹੁੰਦਾ, ਮਤਲਬ ਇਸ ਤਰ੍ਹਾਂ ਦੇ ਬੰਦਿਆਂ ਦਾ ਜਾਣ ਦਾ ਮਤਲਬ ਕੋਈ ਨਾਨ ਪੋਲੀਟੀਕਲ ਜਾਂ ਕੋਈ ਬਿਨਾਂ ਵਿਵਾਦ ਤੋਂ ਰਹਿਤ ਨਹੀਂ ਹੁੰਦਾ ਹੈਗਾ। ਤੇ ਜਿਹੜਾ ਉਹ ਤੁਹਾਡਾ ਸਵਾਲ ਸੀ ਗੋਲਡਨ ਹੱਟ ਵਾਲਾ ਹੈ, ਗੋਲਡਨ ਹੱਟ ਵਾਲੇ ਮਾਮਲੇ ਵਿੱਚ ਨਾ ਜੋ ਹਰਿਆਣਾ ਦੀ ਸਰਕਾਰ ਕਰਨ ਲੱਗੀ ਆ, ਉਹ ਲਗਭਗ ਨਾ ਉਹੀ ਐਕਸਪੈਰੀਮੈਂਟ ਕਰ ਰਹੀ ਹੈ ਜਿਵੇਂ ਕਿਸਾਨ ਮੋਰਚੇ ਦੇ ਲੀਡਰਾਂ ਨੇ ਵੀ ਕਿਹਾ ਕਿ ਜਿਹੜੇ ਐਕਸਪੈਰੀਮੈਂਟ ਕਰ ਕਰਕੇ ਸੈਂਟਰ ਵਾਲੀ ਸਰਕਾਰ ਥੱਕ ਗਈ ਹੈ ਜਾਂ ਫੇਲ ਹੋ ਗਈ ਹੈ, ਉਹਦੀਆਂ ਫੇਲ ਹੋਈਆਂ ਨੀਤੀਆਂ ਨੂੰ ਇਹ ਅਪਣਾ ਰਹੇ ਨੇ। ਜਿਵੇਂ ਉਹ ਵਿਚਾਰਾ ਲੱਗਿਆ ਹੋਇਆ ਸੀਗਾ ਕਿਸਾਨੀ ਸੰਘਰਸ਼ ਦੇ ਵਿੱਚ, ਆਪਣਾ ਹਿੱਸਾ ਪਾ ਰਿਹਾ ਸੀ ਜਿਵੇਂ ਉਹਨੇ ਪਾਉਣਾ ਸੀਗਾ, ਲੇਕਿਨ
ਉਹਦੀ ਬੈਰੀਕੇਡਿੰਗ ਕਰ ਦਿੱਤੀ ਜਾਣੀ, ਫਿਰ ਉੱਥੇ ਜਾ ਕੇ ਜਿਹੜਾ ਹੈਗਾ ਵੀ ਲੋਕ ਉਹਦੇ ਉੱਥੇ ਢਾਬੇ ਤੇ ਨਾ ਜਾਣ। ਫਿਰ ਕਿਸਾਨ ਵੀ ਉੱਥੇ ਪਹੁੰਚੇ ਕਿ ਉਹਦੇ ਹੱਕ ਦੇ ਵਿੱਚ ਉਹਦੇ ਹਾਦਾ ਨਾਰਾ ਮਾਰਿਆ, ਕਿਹਾ ਕਿ ਅਸੀਂ ਜਿਹੜਾ ਰਾਣੇ ਉਹਨਾਂ ਨਾਲ ਖੜੇ ਆ ਪੂਰੀ ਤਰ੍ਹਾਂ, ਕਿਉਂਕਿ ਇਹ ਕਿਸਾਨ ਇਹ ਸਰਕਾਰ ਜੋ ਇੱਕ ਕੰਮ ਕਰ ਰਹੀ ਹੈ ਉਹ ਚਾਹੁੰਦੀ ਹੈ ਕਿ ਕੋਈ ਵੀ ਵਿਅਕਤੀ ਹੈ ਜੋ ਕਿਸਾਨ ਸੰਘਰਸ਼ ਦੇ ਵਿੱਚ ਕਿਵੇਂ ਨਾ ਕਿਵੇਂ ਯੋਗਦਾਨ ਪਾਉਂਦਾ ਉਹਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਅਗਲੇ ਦਾ ਚਾਹੇ ਬਿਜ਼ਨਸ ਫੇਲ ਕਰਕੇ ਜਾਂ ਹੋਰ ਜਿਹੜੇ ਹਰਬੇ ਆ ਉਹ ਵਰਤੇ ਜਾ ਸਕਣ। ਤੁਸੀਂ ਆਪਾਂ ਦੇਖਿਆ ਵੀ ਹੈ ਇੰਟਰਨੈਸ਼ਨਲ ਪਰਸਨੈਲਿਟੀਆਂ ਨੇ ਵੀ ਜੇ ਕੀਤਾ ਤਾਂ ਉਹਨੂੰ ਵੀ ਕਿਵੇਂ ਨਾ ਕਿਵੇਂ ਘੇਰਿਆ, ਗਾਲਾਂ ਕੱਢ ਕੇ ਘੇਰਿਆ, ਹੋਰ ਢੰਗ ਨਾਲ ਘੇਰਿਆ। ਜੇ ਕੋਈ ਮੰਤਰੀ ਪੱਧਰ ਦਾ ਲੀਡਰ ਸੀਗਾ ਉਹਨੂੰ ਵੀ ਇਹਨਾਂ ਨੇ ਆਪਣੇ ਢੰਗ ਨਾਲ ਘੇਰਿਆ ਹੈਗਾ ਵੀ ਹਾਂ ਤੂੰ ਕਿਉਂ ਬੋਲਿਆ। ਜਿੱਥੇ ਕੋਈ ਇੰਡੀਆ ਦਾ ਸੀਗਾ, ਕੋਈ ਐਕਟਿਵਿਸਟ ਸੀ, ਕੋਈ ਗਾਇਕ ਸੀ, ਕਲਾਕਾਰ ਸੀ, ਉਹਨੂੰ ਵੀ ਘੇਰਿਆ। ਤੇ ਕਈਆਂ ਨੂੰ ਲੱਗਿਆ ਵੀ ਜਿਹੜੇ ਤਾਂ ਬਿਜ਼ਨਸ ਦੀ ਮਾਰ ਨਾਲ ਹੀ ਮਰ ਜਾਣਗੇ, ਉਹਨਾਂ ਨੂੰ ਇਸ ਢੰਗ ਨਾਲ ਵੀ ਡਰਾਇਆ। ਇਹ ਉਹ ਸਾਰੇ ਪ੍ਰੈਕਟੀਕਲ ਜਿਹੜੀ ਸੈਂਟਰ ਗਵਰਨਮੈਂਟ ਕਰ ਚੁੱਕੀ ਆ ਉਹ ਹੁਣ ਹਰਿਆਣਾ ਸਰਕਾਰ ਦੁਬਾਰੇ ਦੁਹਰਾ ਰਹੀ ਹੈ। ਇਹਦਾ ਤੁਹਾਨੂੰ ਕੀ ਲੱਗਦਾ ਇਹਦਾ ਕੀ ਅਸਰ ਪੈ ਸਕਦਾ? ਉਲਟਾ ਅਸਰ ਪਏਗਾ, ਕਿਉਂਕਿ ਹਰਿਆਣੇ ਦੇ ਵਿੱਚ ਨਾ ਖੱਟੜ ਹੁਕੂਮਤ ਦੀ ਜ਼ਮੀਨ ਹੈ ਉਹ ਤਾਂ ਖਿਸਕ ਚੁੱਕੀ ਹੈ। ਉਹ ਮਤਲਬ ਕੋਈ ਅੱਜ ਮੰਨ ਲੈ ਜਾਂ ਕੱਲ ਮੰਨ ਲੈ ਜਾਂ ਫਿਰ ਇਲੈਕਸ਼ਨ ਵਾਲੇ ਦਿਨ ਮੰਨ ਲੈ, ਇਹ ਸੱਚ ਹੈ। ਤੇ ਹਲਾਈ ਵੀ ਕਿਸਾਨ ਸੰਘਰਸ਼ ਨੇ, ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈਗੇ। ਇਸ ਕਰਕੇ ਇਹ ਮਤਲਬ ਜਿਹੜੀਆਂ ਗੱਲਾਂ ਹਰਿਆਣੇ ਦੀ ਸਰਕਾਰ ਕਰ ਰਹੀ ਹੈ ਇਹ ਉਹਦੇ ਉਲਟ ਜਾਣਗੀਆਂ। ਉਹਦੇ ਲਈ ਮਤਲਬ ਹੀ ਕਿਤੇ ਨਾ ਕਿਤੇ ਜਿਹਨੂੰ ਕਹਿੰਦੇ ਨੇ ਕਬਰ ਦਾ ਕੰਮ ਕਰਨਗੀਆਂ। ਜੀ ਅੱਛਾ, ਜਿਵੇਂ ਹੁਣ ਮੈਂ ਢਿੱਲੋਂ ਸਾਹਿਬ ਨਾਲ ਵੀ ਇਸ ਬਾਰੇ ਗੱਲ ਕਰੂੰਗਾ, ਪਰ ਵਿਚਾਰ ਦੋ ਮੈਨੂੰ ਚੰਗੇ ਲੱਗਦੇ ਆ ਕਿ ਮੈਂ ਇੱਕੋ ਵਿਸ਼ੇ ਦੇ ਉੱਤੇ ਦੋ ਵਿਚਾਰ ਲਵਾਂ। ਚੌਟਾਲਾ ਸਾਹਿਬ ਵੀ ਬਾਹਰ ਆ ਰਹੇ ਨੇ, ਠੀਕ ਹੈ ਜੀ, ਬਾਹਰ ਆ ਰਹੇ ਨੇ, ਬਿਲਕੁਲ ਜੀ, ਠੀਕ ਹੈ। ਹੁਣ ਉਹ ਬਾਹਰ ਆ ਰਹੇ ਨੇ ਤਾਂ 6 ਮਹੀਨੇ ਦੀ ਉਹਨਾਂ ਨੂੰ ਰਿਆਇਤ ਮਿਲ ਗਈ। ਚਲੋ ਕਾਗਜ਼ ਪੱਤਰ ਪੂਰੇ ਅੱਜ ਦੇਰ ਰਾਤ ਆਉਂਦੇ ਆ ਜਾਂ ਕੱਲ ਸਵੇਰੇ ਆਉਂਦੇ ਆ, ਕਿ ਤੁਹਾਨੂੰ ਪਤਾ ਵੀ ਦੇਰ ਰਾਤ ਸੂਰਜ ਛਿਪੇ ਬਾਅਦ ਹੀ ਬਾਹਰ ਕੱਢਦੇ ਹੁੰਦੇ ਆ ਜੇਲ੍ਹਾਂ ਵਾਲੇ। ਉਧਰ ਖੱਟੜ ਫਿਰ ਪੋਤੇ ਨੂੰ ਵੀ ਕਹਿਣਗੇ, ਕਿਉਂਕਿ ਬਜ਼ੁਰਗ ਦਾ ਕਿਤੇ ਨਾ ਕਿਤੇ ਹੈਗਾ। ਜਦੋਂ ਅਸੀਂ ਕਿਸਾਨ ਸੰਘਰਸ਼ ਦੀ ਗੱਲ ਕਰਦੇ ਹਾਂ, ਕਿਸਾਨਾਂ ਦੀ ਗੱਲ ਕਰ ਰਹੇ ਹਾਂ, ਬਾਹਰ ਬੰਦੇ ਦੀ ਗੱਲ ਹੋਰ ਹੁੰਦੀ ਹੈ, ਜਦੋਂ ਅੰਦਰ ਹੁੰਦਾ ਉਹਦੀ ਗੱਲ ਹੋਰ ਹੁੰਦੀ ਹੈ, ਜਦੋਂ ਬਾਹਰ ਆਉਂਦਾ ਗੱਲ ਤੁਹਾਨੂੰ ਵੀ ਪਤਾ ਹੋਰ ਹੁੰਦੀ ਹੈ। ਅੰਦਰ ਤਾਂ 100 ਪ੍ਰੈਸ਼ਰ ਹੁੰਦੇ ਨੇ। ਕੀ ਲੱਗ ਸਕਦਾ ਕਿ ਇਹਨਾਂ ਦੇ ਆਉਣ ਨਾਲ ਕਿਸ ਤਰ੍ਹਾਂ ਦਾ ਹਾਲਾਤ ਪੈਦਾ ਹੋ ਸਕਦੇ? ਹਾਂ, ਇਹਦੇ ਵਿੱਚ ਇੱਕ ਚੀਜ਼ ਹੈਗੀ, ਕਿਉਂਕਿ ਤੁਹਾਨੂੰ ਪਤਾ ਵੀ ਓਮ ਪ੍ਰਕਾਸ਼ ਚੌਟਾਲਾ ਦਾ ਇੱਕ ਟਾਈਮ ਭਾਜਪਾ ਨਾਲ ਗਠਬੰਧਨ ਵੀ ਰਿਹਾ। ਜਦੋਂ ਕਿਸਾਨ ਸੰਘਰਸ਼ ਚੱਲਿਆ ਉਦੋਂ ਇਹਦਾ ਓਮ ਪ੍ਰਕਾਸ਼ ਚੌਟਾਲੇ ਦਾ ਮੁੰਡਾ ਪੁੱਠੀਆਂ ਪੱਟੀਆਂ ਵੀ ਬਣਾਉਂਦਾ ਰਿਹਾ। ਉਹ ਕਿਵੇਂ ਬਣਾਉਂਦਾ ਰਿਹਾ ਵੀ ਤੁਸੀਂ ਜੀ ਪਾਣੀਆਂ ਦਾ ਮੁੱਦਾ ਦੇ ਉੱਤੇ ਗੱਲ ਫਾਈਟ ਕਰੋ, ਫਲਾਨਾ ਕਰੋ। ਖੱਟੜ ਸਰਕਾਰ ਨੂੰ ਵੀ ਉਕਸਾਉਂਦਾ ਰਿਹਾ। ਬਾਅਦ ਵਿੱਚ ਭਾਵੇਂ ਕਿ ਉਹਦਾ ਦਿਮਾਗ ਟਿਕਾਣੇ ਆ ਗਿਆ ਸੀਗਾ। ਹੁਣ ਇਹ ਸਾਰੀ ਗੇਮ ਦੇ ਵਿੱਚ ਕਿਸੇ ਉਲਟੇ ਪਾਸੇ ਉਹਨੇ ਕੋਈ ਸਟੈਂਡ ਲੈਣਾ ਜਾਂ ਨਾ ਲੈਣਾ ਉਹ ਵੀ ਹੋ ਸਕਦਾ ਹੈਗਾ, ਜਾਂ ਫਿਰ ਉਹਨੇ ਇਹ ਸਾਰਾ ਜਿਹੜੀ ਇੱਕ ਸਪੇਸ ਖਾਲੀ ਪਈ ਹੈ, ਕਿਉਂਕਿ ਜਿਹੜਾ ਉਹਦਾ ਜੇਜੇਪੀ ਵਾਲਾ ਮਾਮਲਾ ਉਹਦੇ ਵਿੱਚ ਤਾਂ ਉਹ ਹੋ ਗਿਆ ਗੋਲ। ਜੇਜੇਪੀ ਦਾ ਤਾਂ ਦੁਬਾਰੇ ਨੰਬਰ ਨਹੀਂ ਆਏਗਾ। ਪਰ ਜਿਹੜਾ ਇੰਡੀਅਨ ਨੈਸ਼ਨਲ ਲੋਕ ਦਲ ਹੈ ਚੌਟਾਲੇ ਦਾ, ਕੀ ਉਹ ਇੰਡੀਅਨ ਨੈਸ਼ਨਲ ਲੋਕ ਦਲ ਦੇ ਮਹਾਜ ਦੇ ਉੱਤੇ ਆ ਕੇ ਆਪਣੇ ਮੁੰਡੇ ਨਾਲ ਖੜ ਕੇ ਪਾਰੀ ਖੇਲੂਗਾ? ਜੇ ਉਹ ਖੇਲੂਗਾ ਤਾਂ ਉਹ ਜਿਹੜੀ ਸਪੇਸ ਬਚੀ ਹੋਈ ਹੈ ਉਹ ਭਰੀ ਵੀ ਜਾ ਸਕਦੀ ਹੈਗੀ ਆ। ਤਾਂ ਹੁਣ ਇਹ ਹੁਣ ਆਉਂਦੇ ਹਾਲਾਤਾਂ ਨੇ ਦੱਸਣਾ ਹੈਗਾ। ਮੈਨੂੰ ਇੰਝ ਲੱਗਦਾ ਕਿ ਉਹ ਜੇਜੇਪੀ ਨਾਲ ਤਾਂ ਨਹੀਂ ਖੜੇਗਾ ਹਾਲ ਦੀ ਘੜੀ, ਕਿਉਂਕਿ ਜੋ ਇੱਕ ਬੀਜੇਪੀ ਦੀਆਂ ਨਲੈਕੀਆਂ ਕਰਕੇ ਇੱਕ ਜਿਹੜੀ ਸਪੇਸ ਬਣੀ ਹੋਈ ਹੈ ਨਾ, ਉਹ ਸਪੇਸ ਨੂੰ ਤਾਂ ਫਾਇਦਾ ਹਾਲ ਦੀ ਘੜੀ ਤੇ ਕਾਂਗਰਸ ਨੂੰ ਮਿਲ ਰਿਹਾ ਹੈਗਾ। ਪਰ ਬੀਜੇਪੀ ਦੀ ਕੋਸ਼ਿਸ਼ ਇਹ ਵੀ ਹੋਊਗੀ ਕਿ ਇਹ ਫਾਇਦਾ ਕਾਂਗਰਸ ਨੂੰ ਨਾ ਮਿਲੇ। ਇਸ ਕਰਕੇ ਜੇ ਕੋਈ ਦੂਜੀ ਧਿਰ ਆਉਂਦੀ ਹੈ, ਥੋੜਾ ਜਿਹਾ ਉਹਨਾਂ ਦਾ ਕੰਮ ਸੌਖਾ ਹੋ ਜੂਗੀ। ਉਹੀ ਵਿਰੋਧੀ ਪਾਵਰ ਜਿਹੜੀ ਉਹ ਵੰਡੀ ਜਾਊਗੀ। ਤੇ ਹੁਣ ਦੇਖਣਾ ਇਹ ਹੋਏਗਾ ਕਿ ਉਧਰੋਂ ਚੌਟਾਲੇ ਦੀ ਵੀ ਕੋਸ਼ਿਸ਼ ਹੋਊਗੀ ਵੀ ਕਿਉਂ ਨਾ ਜਿਹੜੀ ਜਾਟ ਵੋਟ ਹੈ, ਮੈਂ ਜਾਟ ਵੋਟ ਨੂੰ ਆਪਣੇ ਵੱਲ ਖਿੱਚਾਂ। ਤੇ ਉਹ ਜਾਟ ਵੋਟ ਨਹੀਂ ਜੇ ਕੰਮ ਵੰਡ ਦਿੱਤਾ ਤਾਂ ਬੀਜੇਪੀ ਨੂੰ ਐਂ ਲੱਗੂ ਕਿ ਉਹਦਾ ਕੰਮ ਸੌਖਾ ਹੋ ਗਿਆ। ਹੁਣ ਪੋਜੀਸ਼ਨ ਕੀ ਲਈ ਜਾਂਦੀ ਹੈ ਇੱਥੇ ਹਾਲ ਦੀ ਘੜੀ ਤਾਂ ਜਿਵੇਂ ਸਾਨੂੰ ਨਜ਼ਰ ਆਉਂਦਾ ਵੀ ਜੇਕਰ ਬੀਜੇਪੀ ਕਮਜ਼ੋਰ ਹੁੰਦੀ ਹੈ ਤਾਂ ਕਾਂਗਰਸ ਤਕੜੀ ਹੈ। ਪਰ ਜਦੋਂ ਚੌਟਾਲਾ ਆ ਕੇ ਇੰਡੀਅਨ ਨੈਸ਼ਨਲ ਲੋਕ ਦਲ ਦੀ ਬਾਂਹ ਫੜਦਾ ਹੈ ਤਾਂ ਫਿਰ ਇਹਦੇ ਵਿੱਚ ਕਿ ਵਿਰੋਧੀ ਧਿਰ ਦੀ ਪਾਵਰਾਂ ਜਿਹੜੀ ਤਾਕਤ ਹੈ ਉਹ ਦੋ ਹਿੱਸਿਆਂ ਵਿੱਚ ਜਾਊਗੀ। ਉਹਦੇ ਹੁਣ ਅੱਗੇ ਚੱਲ ਕੇ ਕੀ ਸਿੱਟੇ ਨਿਕਲਣਗੇ ਇਹ ਦੇਖਣੇ ਹੋਣਗੇ। ਸਿੱਟੇ ਤਾਂ ਜਦੋਂ ਕਣਕ ਸਿਰੇ ਤੇ ਆਉਂਦੀ ਪਤਾ ਲੱਗਦਾ ਵੀ ਦੋ ਦੀਆਂ ਸਿੱਟਾਂ ਜਦੋਂ ਪਤਾ ਲੱਗਦਾ ਵੀ ਅਸਲ ਸਿੱਟਿਆਂ ਚੋਂ ਕਣਕ ਨਿਕਲਣੀ ਕੀ ਹੈ। ਸਿੱਟੇ ਵੀ ਬਣ ਜਾਂਦੇ ਪਰ ਰੌਲਾ ਤਾਂ ਕਣਕ ਦੇ ਝਾੜ ਦਾ ਪਤਾ ਲੱਗਦਾ। ਕਣਕ ਦੇ ਝਾੜ ਦਾ ਹੈਗਾ। ਤੇ ਅਰਨਬ ਗੋਸਵਾਮੀ ਜੀ ਬਾਰੇ ਕੋਈ ਕੀ ਅਪਡੇਟ ਹੈ ਜੀ? ਦੇਖੋ, TRP ਮਾਮਲੇ ਵਿੱਚ ਇਹ ਬੰਦਾ ਘਿਰਿਆ ਸੀਗਾ। ਸਰਕਾਰ ਦਾ ਦਰਬਾਰੀ ਪੱਤਰਕਾਰ ਹੈ, ਸਾਨੂੰ ਸਭ ਨੂੰ ਪਤਾ। ਤੇ ਇੱਕ ਤਾਂ ਹੁੰਦੀ ਹੈ ਦਰਬਾਨ ਪੱਤਰਕਾਰੀ, ਇਹ ਉਹੀ ਕਰਦਾ ਸੀਗਾ ਦਰਬਾਨ ਪੱਤਰਕਾਰੀ। TRP ਦੇ ਘਟਾਲੇ ਦੇ ਵਿੱਚ ਹੁਣ ਪੁਲਿਸ ਨੇ ਬੰਬੇ ਵਾਲੀ ਨੇ ਇਸ ਬੰਦੇ ਨੂੰ ਕੀਤਾ ਹੈਗਾ ਨਾਮਜ਼ਦ ਜੀ। ਤੇ ਨਾਮਜ਼ਦ ਕੀਤਾ ਤੇ ਹੁਣ ਇਹਦੇ ਉੱਤੇ ਵੀ ਸਵਾਲ ਜਵਾਬ ਹੋਣਗੇ। ਇਹਨੂੰ ਵੀ ਘੇਰਿਆ ਜਾਊਗਾ, ਜਾਂਚ ਪੜਤਾਲ ਹੋਊਗੀ। ਪਹਿਲਾਂ ਬਚਦਾ ਰਿਹਾ,
ਇੱਥੋਂ ਤੱਕ ਆਪਣੇ ਸਟੂਡੀਓ ਵਿੱਚ ਜਿਹਨੂੰ ਕਹਿੰਦੇ ਨੇ ਕਿ ਧਮਕੀਆਂ ਦਿੰਦਾ ਰਿਹਾ, ਉਹ ਸਾਰੀਆਂ ਪਰ ਗਿੱਦੜ ਵਾਲੀਆਂ ਸੀਗੀਆਂ। ਇੱਕ ਵਾਰ ਅਗਲਿਆਂ ਨੇ ਜੇਲ੍ਹ ਦਾ ਰੁੱਖ ਦਿਖਾ ਦਿੱਤਾ, ਪਰ ਆਪਣੇ ਹੀ ਵਿਰੋਧੀ ਚੈਨਲ ਨੂੰ ਜਿਹੜਾ ਨੇ ਠਿੱਬੀ ਲਾਉਣ ਲਈ ਕਰੋੜਾਂ ਦਾ ਜਿਹੜਾ ਨੁਕਸਾਨ ਕੀਤਾ TRP ਦੇ ਮਾਮਲੇ ਵਿੱਚ ਉੱਤੇ ਥੱਲੇ ਕਰਕੇ, ਉਹ ਸਾਰੇ ਮਾਮਲੇ ਵਿੱਚ ਹੁਣ ਇਹ ਘਿਰਿਆ ਹੋਇਆ ਤੇ ਹਾਲ ਦੀ ਘੜੀ ਚਾਰਜਸ਼ੀਟ ਦੇ ਵਿੱਚ ਇਹਦਾ ਨਾਮ ਆ ਚੁੱਕਾ ਹੈਗਾ। ਤੇ ਅੱਗੇ ਚੱਲ ਕੇ ਹੁਣ ਬੰਬੇ ਵਾਲੀ ਪੁਲਿਸ ਹੈ, ਜਿਹੜੀ ਮੁੰਬਈ ਪੁਲਿਸ ਹੈ, ਉਹ ਕੀ ਕਾਰਵਾਈ ਕਰਦੀ ਹੈ, ਕਿਵੇਂ ਇਹਦੇ ਨਾਲ ਵਰਤਾਅ ਹੁੰਦਾ, ਉਹ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਲੇਕਿਨ ਇੱਕ ਗੱਲ ਸਾਨੂੰ ਧਿਆਨ 'ਚ ਰੱਖਣੀ ਪਵੇਗੀ ਕਿ ਸੈਂਟਰ ਵਾਲੀ ਸਰਕਾਰ ਹੈ, ਹਾਲੇ ਵੀ ਇਹਦੇ ਨਾਲ ਖੜੀ ਹੈ। ਜੀ ਬਿਲਕੁਲ, ਸੈਂਟਰ ਵਾਲੀਆਂ ਤਾਂ ਸਰਕਾਰਾਂ ਨੇ ਖੜਨਾ ਜੀ। ਉਹ ਤਾਂ ਪਹਿਲਾਂ ਹੀ ਕਹਿੰਦਾ ਸੀਗਾ ਵੀ ਮੈਂ ਤਾਂ ਅੰਦਰ ਜਿਹੜੀ ਹੈ ਸਿੱਧੀ PM ਹਾਊਸ ਤਾਂ ਤਾਰਾਂ ਜਾਂਦੀਆਂ ਨੇ। ਤੇ ਹੁਣ ਥੋੜ੍ਹੀ ਜਿਹੀ ਗੱਲ ਕਰੀਏ, ਕਹਿੰਦੇ ਬੈਕ ਗੇਅਰ ਪਾਉਣ ਬਾਰੇ ਸੋਚ ਰਹੇ ਨੇ ਸਾਡੇ ਪ੍ਰਧਾਨ ਮੰਤਰੀ ਜੀ, ਤੇ ਕਸ਼ਮੀਰ ਨੂੰ ਮੁੜ ਸੂਬੇ ਦਾ ਦਰਜਾ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਲੱਗਦਾ ਕਿ ਉਹ ਸਮਝ ਗਏ ਨੇ ਕੁਛ ਨਾ ਕੁਛ। ਅੱਜ ਮੀਟਿੰਗਾਂ ਵੀ ਕੀਤੀਆਂ ਨੇ ਲੀਡਰਾਂ ਨਾਲ। ਦੇਖੋ, ਕਸ਼ਮੀਰ 'ਚ ਨਾ ਵੱਡਾ ਮੁੱਦਾ ਤਾਂ ਇਹ ਹੈਗਾ ਕਿ ਉੱਥੇ ਨਾ ਇਲੈਕਸ਼ਨ ਕਰਾਉਣਾ ਚਾਹੁੰਦੀ ਹੈ ਹੁਣੇ ਸਰਕਾਰ, ਕਿਉਂਕਿ ਇਲੈਕਸ਼ਨ ਕਰਾਉਣੀ ਪੈਣੀ ਸੀਗੀ। ਹੁਣ ਜੇ ਇਲੈਕਸ਼ਨ ਕਰਵਾਉਣੀ ਹੈ ਤਾਂ ਸਿੱਧੀ ਗੱਲ ਹੈ ਕਿ ਇਹਨਾਂ ਦਾ ਆਪ ਤਾਂ ਭਾਵੇਂ ਜਿੰਨੀਆਂ ਮਰਜ਼ੀ ਜਬਲੀਆਂ ਮਾਰ ਲੀਆਂ, ਲੇਕਿਨ ਲੈ ਦੇ ਕੇ ਜਿਹੜੇ ਲੋਕ ਵਿਰੋਧੀ ਤੇ ਮਤਲਬ ਦੂਜੀਆਂ ਪਾਰਟੀਆਂ ਉਹ ਸਟਰੋਂਗ ਨੇ ਨਾ, ਇਹਨਾਂ ਨੂੰ ਤਾਂ ਕਸ਼ਮੀਰ ਵੈਸੇ ਕੋਈ ਪੁੱਛਦਾ ਨਹੀਂ ਹੈਗਾ। ਇਸ ਕਰਕੇ ਉਹਨਾਂ ਨਾਲ ਗੱਲਬਾਤ ਕਰਨੀ ਪੈਣੀ ਹੈ। ਹੁਣ ਜਦੋਂ ਗੱਲਬਾਤ ਕਰਨੀ ਪੈਣੀ ਹੈ ਤਾਂ ਕਾਰ ਗਰੁੱਪ ਨੇ ਖੈਰ ਗੱਲਬਾਤ ਲਈ ਤਾਂ ਮੰਨ ਲਈ ਹੈ। ਉਹਦੇ ਵਿੱਚ ਉਹਨਾਂ ਦਾ ਕਹਿਣਾ ਕਿ ਵੀ ਜਿਹੜਾ ਸਾਡੇ ਏਜੰਡੇ ਮੁੱਖ ਰਹਿਣਗੇ, ਉਹਨਾਂ ਏਜੰਡਿਆਂ ਵਿੱਚ ਇੱਕ ਤਾਂ ਏਜੰਡਾ ਇਹੀ ਹੈ ਵੀ ਕਸ਼ਮੀਰ ਨੂੰ ਦੁਬਾਰੇ ਰਾਜ ਦਾ ਦਰਜਾ ਦਿੱਤਾ ਜਾਵੇ ਜੀ, ਤੇ ਇਹਦੇ ਵਿੱਚ ਇਹ ਦੇ ਵੀ ਦੇਣਗੇ। ਉਹਦਾ ਕਾਰਨ ਹੈ ਕਿ ਮੇਨ ਇਹਨਾਂ ਦਾ ਏਜੰਡਾ ਰਾਜ ਨਾਲੋਂ ਵਧੇ ਸੀਗਾ ਕਿ ਧਾਰਾ 370 ਹਟਾ ਦਿੱਤੀ ਜਾਵੇ। ਮੈਨੂੰ ਲੱਗਦਾ ਕਿ ਉਹ ਹਟਾ ਦਿੱਤੀ ਹੈ। ਬਈ ਉਹਨਾਂ ਨੇ ਕਹਿਣਾ ਕਿ ਦੇਖੋ ਜੀ, ਆਪਣੇ ਆਪ ਨੂੰ ਸੈਂਟਰ ਨੇ ਕਹਿਣਾ ਕਿ ਅਸੀਂ ਤਾਂ ਵੱਡਾਪਣ ਦਿਖਾਇਆ ਕਿ ਰਾਜ ਦਾ ਦਰਜਾ ਜਿਹੜਾ ਬਹਾਲ ਕਰ ਦਿੱਤਾ ਹੈਗਾ, ਜਦਕਿ ਤੁਹਾਨੂੰ ਪਤਾ ਵੀ ਜਿਹੜਾ 370 ਵਾਲਾ ਮਾਮਲਾ ਉਹ ਤਾਂ ਜੀ ਅਦਾਲਤ ਵਿੱਚ ਪਿਆ ਹੈਗਾ। ਅਦਾਲਤ ਅਜੇ ਤੱਕ ਸੁਣਵਾਈ ਨਹੀਂ ਕਰ ਰਹੀ। ਫਿਰ ਵੀ ਇਹਨਾਂ ਨੇ ਆਪਣੀ ਜਿਹੜੀ ਚਤਰਾਈ ਹੈ ਉਹ ਤਾਂ ਫਿਰ ਵੀ ਰੱਖ ਲੈਣੀ ਆ ਵੀ, ਕਿਉਂਕਿ ਮੁੱਦਾ ਤਾਂ ਇਹ ਹੋਣਾ ਚਾਹੀਦਾ ਕਿ ਜੇ ਮੈਨੂੰ ਲੱਗਦਾ ਕਿ ਗੁਪਕਾਰ ਗਰੁੱਪ ਨੂੰ ਇਹ ਮੁੱਦਾ ਰੱਖਣਾ ਚਾਹੀਦਾ ਹੈ ਕਿ ਸਿਰਫ ਤੇ ਸਿਰਫ ਕਸ਼ਮੀਰੀ ਲੀਡਰਾਂ ਨੂੰ ਵੀ ਰਾਜ ਦੀ ਬਹਾਲੀ ਹੀ ਨਹੀਂ, ਧਾਰਾ 370 ਦੀ ਵੀ ਬਹਾਲੀ ਸਾਨੂੰ ਦੁਬਾਰੇ ਚਾਹੀਦੀ ਹੈਗੀ ਹੈ। ਜੋ ਹੁਣ ਹਾਲੇ ਪਤਾ ਨਹੀਂ ਉਭਰੂ ਕਿ ਨਹੀਂ ਉਭਰੂ, ਹਾਲੇ ਦਿੱਕਤ ਆਇਆ ਨਹੀਂ, ਹਾਲੇ ਤਾਂ ਸਿਰਫ ਰਾਜ ਦੀ ਮੰਗ ਹੀ ਆਈ ਹੈਗੀ ਹੈ। ਦੂਜੀ ਜਿਹੜੀ ਚੀਜ਼, ਇੱਕ ਚੀਜ਼ ਜਿਹੜੀ ਹੋਰ ਨੋਟ ਕਰਨ ਵਾਲੀ ਆ, ਜਿਹਦੇ ਵੱਲ ਸ਼ਾਇਦ ਧਿਆਨ ਬਹੁਤਿਆਂ ਦਾ ਨਾ ਗਿਆ ਹੋਵੇ, ਇਹ ਜਦੋਂ 370 ਨੂੰ ਮਨਸੂਖ ਕੀਤਾ ਗਿਆ ਸੀਗਾ, ਇਹਦੇ ਤੋਂ ਰਾਜ ਦਾ ਰੁਤਬਾ ਖੋਇਆ ਗਿਆ ਸੀ, ਉਦੋਂ ਇਹਨਾਂ ਸਾਰੇ ਲੀਡਰਾਂ ਨੂੰ ਨਜ਼ਰਬੰਦ ਕਰ ਲਿਆ ਸੀ ਬੁਰੀ ਤਰ੍ਹਾਂ ਨਾਲ। ਬਹੁਤ ਜੀ, ਸਾਰੇ ਲੀਡਰਾਂ ਨੂੰ ਕੀ ਸਾਰੇ ਸੂਬੇ ਨੂੰ ਹੀ ਨਜ਼ਰਬੰਦ ਕੀਤਾ ਹੋਇਆ। ਇੱਥੋਂ ਤੱਕ ਜਿਹੜੇ ਬੰਦੇ ਦੀ ਹਿੰਮਤ ਸੀ ਨਾ ਵੀ ਬੰਦਾ 40 ਬੰਦੇ ਜਾਂ 30 ਬੰਦੇ ਇਕੱਠੇ ਕਰ ਸਕਦਾ, ਉਹ ਵੀ ਨਜ਼ਰਬੰਦ ਸੀਗਾ। ਮੇਰੇ ਆਪਣੇ ਬਹੁਤ ਸਾਰੇ ਫਰੈਂਡ ਸੀਗੇ ਜਿਹੜੇ ਜਰਨਲਿਸਟ ਵੀ ਸੀ, ਕੁਝ ਐਕਟਿਵਿਸਟ ਸੀ, ਉਹ ਵੀ ਮਤਲਬ ਘਰਾਂ 'ਚ ਨਜ਼ਰਬੰਦ ਰਹੇ ਆ। ਮੇਰਾ ਇੱਕ ਫਰੈਂਡ ਕਾਲਮਿਸਟ ਵੀ ਸੀ ਤੇ ਐਕਟਿਵਿਸਟ ਵੀ ਸੀਗਾ, ਹਿਊਮਨ ਰਾਈਟਸ ਲਈ ਕੰਮ ਕਰਦਾ ਸੀ। ਉਹ ਮਤਲਬ ਉਹ ਪੂਰਾ ਉਦੋਂ ਤੱਕ ਹੀ ਅੰਦਰ ਰਿਹਾ ਜਦੋਂ ਤੱਕ ਇਹ ਸਾਰਾ ਚੱਲਦਾ ਰਿਹਾ। ਸੋ ਕਹਿਣ ਦਾ ਮਤਲਬ ਵੀ ਉਹ ਵਿਚਾਰੇ 'ਚ ਕੋਈ ਬਹੁਤਾ ਵੱਡਾ ਵੀ ਨਹੀਂ ਸੀਗਾ, ਮਤਲਬ ਇੰਨਾ ਸੀ ਵੀ ਉਹਦੇ ਨਾਲ 40-50 ਬੰਦੇ ਖੜ ਜਾਂਦੇ ਸੀ। ਹੁਣ ਤੁਸੀਂ ਅੰਦਾਜ਼ਾ ਲਾ ਲਓ, ਜਿਹਦੇ ਨਾਲ 30-20 ਬੰਦੇ ਵੀ ਖੜਦੇ ਸੀ ਨਾ, ਉਹ ਵੀ ਸਰਕਾਰ ਲਈ ਖਤਰਨਾਕ ਬੰਦੇ ਸੀਗੇ। ਹੁਣ ਮਸਲਾ ਫਿਰ ਇਹਨਾਂ ਨੂੰ ਬਦਨਾਮ ਕਰਦੇ ਰਹੇ, ਇਹ ਬੰਦੇ ਤਾਂ ਜੀ ਸਾਰੇ ਜਿਹੜੇ ਖਤਰਨਾਕ ਬੰਦੇ ਨੇ, ਮਾੜੇ ਇਰਾਦਿਆਂ ਵਾਲੇ ਨੇ। ਹੁਣ ਅੱਜ ਸਵਾਲ ਪੈਦਾ ਹੁੰਦਾ ਕਿ ਜੇ ਉਹ ਮਾੜੇ ਇਰਾਦਿਆਂ ਵਾਲੇ ਨੇ ਤਾਂ ਫਿਰ ਅੱਜ ਮਾੜੇ ਇਰਾਦਿਆਂ ਵਾਲਿਆਂ ਨਾਲ ਤੁਹਾਨੂੰ ਗੱਲਬਾਤ ਕਿਉਂ ਕਰਨੀ ਪੈ ਰਹੀ ਹੈ? ਬਿਲਕੁਲ ਸਹੀ ਗੱਲ ਹੈ। ਦੂਜਾ ਸਵਾਲ ਇਹ ਤੁਸੀਂ ਕਹਿੰਦੇ ਸੀ ਕਿ ਇਹਦਾ ਜੀ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਨੇ ਫਲਾਨਾ ਢਿੰਗੜਾ, ਫਿਰ ਇਹ ਸਵਾਲ ਵੀ ਪੈਦਾ ਹੁੰਦਾ ਅੱਜ ਅੱਤਵਾਦ ਕਿੱਧਰ ਗਿਆ, ਗੱਲਬਾਤ ਕਿਉਂ ਕਰਨੀ ਪੈ ਰਹੀ ਹੈ? ਤੁਸੀਂ ਕਹਿੰਦੇ ਸੀ ਅਸੀਂ ਇਕੱਲੇ ਹੀ ਕਸ਼ਮੀਰ ਨੂੰ ਸਾਂਭ ਲਾਂਗੇ, ਠੀਕ ਕਰ ਦਾਂਗੇ, ਤੁਹਾਡੇ ਕੋਲੋਂ ਠੀਕ ਨਹੀਂ ਆਇਆ, ਇਹਦਾ ਮਤਲਬ ਇਹ ਵੀ ਸਵਾਲ ਹੈ। ਉੱਥੇ ਯੂਥ ਦੇ ਵਿੱਚ ਮੈਂ ਅੱਜ ਸੁਣਿਆ, ਯੂਥ ਦੇ ਵਿੱਚ ਬੜੀ ਰੈਸਟਲੈਸਨੈਸ ਹੈਗੀ ਹੈ। ਠੀਕ ਹੈ, ਖਬਰਾਂ ਉੱਥੋਂ ਦੀਆਂ ਨਹੀਂ ਆ ਰਹੀਆਂ, ਸੈਂਸਰਡ ਨੇ ਸਾਰਾ ਕੁਛ, ਇੰਟਰਨੈਟ ਨਹੀਂ ਹਜੇ ਤੱਕ। ਦੇਖ ਲਓ, ਇੱਕ ਤਰ੍ਹਾਂ ਨਾਲ ਮੈਂ ਹੈਰਾਨ ਹੈ ਕਿ ਸਭ ਤੋਂ ਵੱਡੀ ਕੈਦ ਜੇ ਕਿਸੇ ਡੈਮੋਕ੍ਰੇਸੀ 'ਚ ਤਾਂ ਅੱਜ ਕਸ਼ਮੀਰ ਦੇ ਲੋਕ ਚੱਲ ਰਹੇ ਨੇ। ਸਹੀ। ਸੋ ਇਹ ਚੀਜ਼ਾਂ ਨੇ ਨਾ ਜਿਹੜੀਆਂ ਸਵਾਲ ਤਾਂ ਖੜੇ ਹੋਣਗੇ ਕਿ ਤੁਸੀਂ ਜਿਹੜਾ ਕੂੜ ਪ੍ਰਚਾਰ ਕੀਤਾ ਆ 2 ਸਾਲ ਦੇ ਵਿੱਚ, ਤੁਸੀਂ ਅਸੀਂ ਕਸ਼ਮੀਰ ਸਾਰਾ ਹਾਲਾਤ ਆਮ ਵਰਗੇ ਕਰ ਦਾਂਗੇ। ਅੱਜ ਤੁਹਾਨੂੰ ਆਮ ਵਰਗੇ ਕਰਨ ਲਈ ਉਹਨਾਂ ਬੰਦਿਆਂ ਦੀ ਲੋੜ ਪੈ ਰਹੀ ਹੈ ਜਿਨ੍ਹਾਂ ਬੰਦਿਆਂ ਨੂੰ ਤੁਸੀਂ ਰੱਜ ਕੇ ਪਤਾ ਨਹੀਂ ਕੀ ਕੁਛ ਕਹਿੰਦੇ ਰਹੇ ਹੋ, ਬਦਨਾਮ ਕਰਦੇ ਰਹੇ। ਇਹ ਚੀਜ਼ ਬੜੀ ਹੈ। ਕੀ ਲੱਗਦਾ ਕਿ ਜਿਵੇਂ ਹੁਣ ਪਿੱਛੇ ਇਹ ਆਪਦੇ ਫੈਸਲੇ ਉਲਟ ਲੈ ਰਹੇ, ਇਹਦਾ ਅਸਰ ਕਿਸਾਨ ਮੂਵਮੈਂਟ ਤੇ ਹੀ ਪਵੇਗਾ? ਕਿਉਂਕਿ ਪਤਾ ਹੈ ਕਿ ਬੀਜੇਪੀ ਦੇ ਵਿੱਚ ਸਭ ਅੱਛਾ ਨਹੀਂ ਹੈ ਇਸ ਵਕਤ। ਦੇਖੋ ਆਇਆ ਵੀ ਤੰਦਾ ਨਾ ਡਾਇਰੈਕਟ ਤਾਂ ਭਾਵੇਂ ਕਸ਼ਮੀਰ ਨਾਲ ਹਾਲੇ ਨਾ ਜੁੜੇ, ਕਿਉਂਕਿ ਕਿਸਾਨ ਮੂਵਮੈਂਟ ਦਾ ਅਸਰ ਕੋਈ
ਕਸ਼ਮੀਰ ਦੇ ਕਿਉਂਕਿ ਮਸਾਇਲ ਜਿਹੜੇ ਕੁਝ ਵੱਖਰੇ ਨੇ, ਉੱਥੇ ਐਂ ਤਾਂ ਸੀਗਾ ਵੀ ਕੋਈ ਅਸਰ ਉਸ ਤਰ੍ਹਾਂ ਤਾਂ ਨਹੀਂ ਦਿਖਿਆ ਕਸ਼ਮੀਰ ਦੇ ਵਿੱਚ ਆਹ ਕਿਸਾਨ ਮੂਵਮੈਂਟ ਦਾ। ਨਹੀਂ ਕਿਸਾਨ ਉਹ ਨਹੀਂ ਜੀ, ਮੈਂ ਉੱਧਰ ਨਹੀਂ ਲੈ ਕੇ ਜਾ ਰਿਹਾ। ਇਹ ਫੈਸਲੇ ਬਦਲ ਰਹੇ ਨੇ ਨਾ, ਕਸ਼ਮੀਰ ਦਾ ਫੈਸਲਾ ਬਦਲਿਆ, ਹੋਰ ਫੈਸਲੇ ਹੀ ਬਦਲ ਸਕਦੇ ਆ। ਪ੍ਰੈਸ਼ਰ ਤਾਂ ਇੰਡੀਆ ਲੈਵਲ ਤੇ ਹੱਦ ਅੱਡ ਹੈ ਨਾ। ਮੈਂ ਉਹਦੇ ਨਾਲ ਹੀ ਤੰਦ ਜੋੜਨ ਦੀ ਕੋਸ਼ਿਸ਼ ਕਰਾਂਗਾ। ਲੇਕਿਨ ਕਸ਼ਮੀਰ 'ਚ ਇੱਕ ਨਾ ਇਹ ਸੀਗਾ ਕਿਸਾਨ ਮੂਵਮੈਂਟ ਚੱਲ ਰਹੀ ਹੈ ਨਾ, ਉਹਦੇ ਵਿੱਚ ਇੱਕ ਸੁੱਖ ਦਾ ਅਹਿਸਾਸ ਸੀਗਾ ਕਿ ਵੀ ਜਿਹੜੀ ਆ ਮੂਵਮੈਂਟ, ਜਦੋਂ ਮੈਂ ਕਸ਼ਮੀਰੀ ਪੱਤਰਕਾਰਾਂ ਨਾਲ ਆਪਣੇ ਮਿੱਤਰਾਂ ਨਾਲ ਗੱਲ ਕਰਦਾ ਸੀ ਪਿੱਛੇ ਜਿਹੇ, ਮੇਰੇ ਫਰੈਂਡ ਜਲੀਲ ਰਾਠੌਰ ਨਾਲ ਮੈਂ ਗੱਲ ਕੀਤੀ ਸੀਗੀ, ਉਹ ਕਹਿੰਦਾ ਵੀ ਉਹਦਾ ਭਾਵੇਂ ਮੂਵਮੈਂਟ ਤਾਂ ਨਹੀਂ ਉਰੇ ਹੈਗੀ, ਲੇਕਿਨ ਸਾਨੂੰ ਹੈਗਾ ਵੀ ਸਾਡੇ ਲੋਕਾਂ ਨੂੰ ਵੀ ਜਿਹੜੀ ਆ ਮੂਵਮੈਂਟ ਹੈ ਨਾ, ਇਹ ਜਦੋਂ ਸਾਰਿਆਂ ਦਾ ਹੀ ਭਲਾ ਕਰੂਗੀ, ਸਾਡਾ ਵੀ ਕਰੂਗੀ। ਉਹਦਾ ਕਾਰਨ ਕੀ ਹੈ ਕਿ ਮੂਵਮੈਂਟ ਜਦੋਂ ਇੱਡੀ ਵੱਡੀ ਖੜੀ ਹੋਊਗੀ, ਕਿਉਂਕਿ ਪਹਿਲਾਂ ਤਾਂ ਵੱਡੀ ਸੀ ਕਿ ਸਰਕਾਰ ਨੂੰ ਕੋਈ ਬੰਗਾਰ ਹੀ ਨਹੀਂ ਸਕਦਾ ਸੀਗਾ, ਤੇ ਇਹ ਮੂਵਮੈਂਟ ਨੇ ਬੰਗਾਰਿਆ। ਹੁਣ ਜਦੋਂ ਤੁਹਾਨੂੰ ਪਤਾ ਵੀ ਇੱਕ ਵਾਰ ਧੱਕਾ ਲੱਗਦਾ ਨਾ, ਫਿਰ ਲਗਾਤਾਰ ਹੀ ਧੱਕੇ ਲੱਗਣ ਲੱਗ ਜਾਂਦੇ ਹੈਗੇ ਨੇ। ਤੇ ਇਸੇ ਨਜ਼ਰੀਏ ਤੋਂ ਜਿਹੜੇ ਕਸ਼ਮੀਰੀ ਵੀ ਇਸ ਮੂਵਮੈਂਟ ਨੂੰ ਸਵੱਲੀ ਨਿਗਾਹ ਨਾਲ ਦੇਖ ਰਹੇ ਸੀਗੇ, ਤੇ ਉਹ ਸਵੱਲੀ ਨਿਗਾਹ ਨਾਲ ਦੇਖਦੇ ਹੀ ਨਹੀਂ ਹੈਗੇ, ਉਹ ਆਪਣੇ ਅੱਲਾ ਦੇ ਕੋਲ ਅਰਦਾਸਾਂ ਵੀ ਕਰਦੇ ਨੇ ਕਿ ਇਹ ਮੂਵਮੈਂਟ ਸਫਲ ਹੋਵੇ। ਜੀ ਬਿਲਕੁਲ ਜੀ, ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ, ਡਿਕਟੇਟਰਸ਼ਿਪ ਨਹੀਂ ਹੋਣੀ ਚਾਹੀਦੀ। ਸੋ ਸੰਸਦੀ ਮੀਟਿੰਗਾਂ ਦੇ ਦੌਰਾਨ ਕੋਵਿਡ ਟੀਕਿਆਂ ਦਾ ਵੀ ਚਰਚਾ ਜਿਹੜੀ ਜੀ ਬਾਰੇ ਚਰਚਾ ਕਰਨ ਤੋਂ ਕਹਿੰਦੇ ਭਾਜਪਾ ਨੇ ਇਨਕਾਰ ਕਰ ਦਿੱਤਾ, ਭਾਜਪਾਈਆਂ ਲੀਡਰਾਂ ਨੇ। ਕੀ ਹੈ ਜੀ ਮਾਮਲਾ ਇਹ? ਹਾਂ, ਇਹ ਤੁਹਾਨੂੰ ਯਾਦ ਹੋਣਾ ਦਾਨਿਆਲੀ ਸਾਹਿਬ, ਇਹ 2 ਜਾਂ 3 ਹਫ਼ਤੇ ਪਹਿਲਾਂ ਆਪਾਂ ਇਹ ਗੱਲ ਕੀਤੀ ਸੀਗੀ। ਹਾਂਜੀ, ਅਧੀਰ ਰੰਜਨ ਚੌਧਰੀ ਇਸ ਸੰਸਦੀ ਕਮੇਟੀ ਦਾ ਪ੍ਰਧਾਨ ਹੈਗਾ, ਜਦੋਂ ਉਹਨੇ ਉਹ ਮੁੱਦਾ ਚੁੱਕਿਆ ਸੀਗਾ, ਉਦੋਂ ਇਹਨਾਂ ਨੂੰ ਨਾ ਜਿਵੇਂ ਪਿੱਸੂ ਪੈ ਗਏ ਵੀ ਤੁਸੀਂ ਇਹਦੇ ਤੇ ਜ਼ਿਕਰ ਕਿਉਂ ਕਰ ਰਹੇ ਹੋ। ਉਹ ਅਗਲੇ ਨੇ ਵੀ ਕਿਹਾ ਕਿ ਭਾਈ ਜਦੋਂ ਤੁਸੀਂ ਕਾਂਗਰਸ ਹਕੂਮਤ ਵੇਲੇ ਕਾਂਗਰਸ ਦੇ ਘਪਲਿਆਂ ਦਾ ਜ਼ਿਕਰ ਕੀਤਾ, ਤੁਸੀਂ ਉੱਥੇ ਵੱਡੇ ਵੱਡੇ ਖੇਡਾਂ ਦੀ ਗੱਲ ਹੋਈ, ਖੇਡਾਂ ਘਪਲਿਆਂ ਦੀ, 2G ਸਪੈਕਟਰਮ ਉੱਤੇ ਵੀ ਸੰਸਦੀ ਕਮੇਟੀ ਨੇ ਗੱਲ ਕੀਤੀ ਹੈ। ਹੁਣ ਜਦੋਂ ਕੋਵਿਡ ਉੱਤੇ ਸਵਾਲ ਜਿਹੜੇ ਇਕੱਲੇ ਇੰਡੀਆ 'ਚ ਨਹੀਂ, ਸਾਰੀ ਦੁਨੀਆ 'ਚ ਉੱਠ ਰਹੇ ਨੇ ਤੁਹਾਡੀ ਕਾਰਗੁਜ਼ਾਰੀ ਉੱਤੇ, ਫਿਰ ਕਿਉਂ ਨਾ ਹੋਵੇ। ਅੱਜ ਦੂਜੀ ਵਾਰ ਜਿਹੜਾ ਉਹ ਸੰਸਦੀ ਕਮੇਟੀ ਦੇ ਵਿੱਚ ਰਫੜ ਪਿਆ, ਬੀਜੇਪੀ ਵਾਲਿਆਂ ਨੇ, ਸਾਕਸ਼ੀ ਮਹਾਰਾਜ ਵਰਗਿਆਂ ਨੇ ਵੀ ਵਿਰੋਧ ਕੀਤਾ ਕਿ ਜੀ ਏਦਾਂ ਨਹੀਂ ਹੋਣਾ ਚਾਹੀਦਾ, ਫਲਾਨਾ ਢੀਂਗੜਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਆਮ ਤੌਰ ਤੇ ਨਾ ਇਸ ਸੰਸਦੀ ਕਮੇਟੀ ਦੇ ਉੱਤੇ ਆਸ ਰੱਖੀ ਜਾਂਦੀ ਹੈ ਕਿ ਥੋੜੀ ਜਿਹੀ ਨਿਰਪੱਖ, ਕਿਉਂਕਿ ਸਾਰੀਆਂ ਪਾਰਟੀਆਂ ਦੇ ਬੰਦੇ ਸ਼ਾਮਲ ਹੁੰਦੇ ਨੇ। ਲੇਕਿਨ ਇਸ ਸੰਸਦੀ ਕਮੇਟੀ ਉੱਤੇ ਵੀ ਕਿਵੇਂ ਜਿਹੜਾ ਧੌਂਸ ਜਮਾਉਣ ਦਾ ਕੰਮ ਬੀਜੇਪੀ ਨੇ ਦੂਜੀ ਵਾਰ ਕੀਤਾ ਹੈ। 3 ਹਫ਼ਤੇ ਪਹਿਲਾਂ ਕੀਤਾ ਸੀ ਕਰਨਾ ਲਈ। ਜੀ 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 ਚਲੋ, ਤੇ ਕਹਿੰਦੇ ਤਾਲਿਬਾਨਾਂ ਨਾਲ ਵੀ ਵਿਦੇਸ਼ ਮੰਤਰੀ ਜੀ ਨੇ ਮੀਟਿੰਗ ਸ਼ੁਰੂ ਕਰਤੀ ਹੈ। ਇਹ ਖਬਰ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣੀ ਹੈ, ਪਰ ਕਮਾਲ ਦੀ ਗੱਲ, ਮੈਂ ਜਿਹਨੂੰ ਲੱਭਣ ਲੱਗਿਆ ਸੀ ਕਿ ਇੰਡੀਆ ਦੇ ਕਿੰਨੇ ਕੁ ਅਖਬਾਰਾਂ ਨੇ ਖਬਰ ਕਵਰ ਕੀਤੀ ਹੈ, ਮੈਨੂੰ ਲੱਭੀ ਨਹੀਂ ਹੈਗੀ। ਇਸ ਲੱਭਣੀ ਵੀ ਨਹੀਂ, ਆਪਾਂ ਹੀ ਭਾਲ ਕਰਕੇ ਡਿਸਕਸ ਕਰਨ ਲੱਗੇ ਇਹਨੂੰ। ਲੇਕਿਨ ਮੈਨੂੰ ਇਹ ਇੰਡੀਆ ਦੇ ਵਿੱਚ 2-3 ਪਲੇਟਫਾਰਮਾਂ ਨੇ ਕੀਤੀ ਹੈ, ਜੇ ਤੁਸੀਂ ਦੇਖ ਸਕਦੇ ਹੋ। ਇੱਕ ਤਾਂ ਵਾਇਰ ਦੀ ਅੰਗਰੇਜ਼ੀ ਵਾਲੀ ਵੈਬਸਾਈਟ ਹੈ, ਜੀ ਜੀ, ਉਹਦੇ ਉੱਤੇ ਆਈ ਹੋਈ ਆ। ਇੱਕ ਸਕਰੋਲ ਇਨ ਦੀ, ਕਿਉਂਕਿ ਸਕਰੋਲ ਅੰਗਰੇਜ਼ੀ ਵਿੱਚ ਹੀ ਆ, ਉਹਦੇ ਤੇ ਆਈ ਹੋਈ ਹੈ। ਇੱਕ ਥੋੜੀ ਜਿਹੀ ਖਬਰ ਦਾ ਹਿੰਦੂ ਦੇ ਵਿੱਚ ਹੈਗੀ ਆ, ਹਿੰਦੂ ਦੇ ਅੱਜ ਵਾਲਾ ਹਿੰਦੂ ਦੇਖੋ ਤੁਸੀਂ, ਅੱਜ ਵਾਲੇ ਹਿੰਦੂ ਦੇ ਵਿੱਚ ਤੁਹਾਨੂੰ ਇੱਕ ਛੋਟੀ ਜਿਹੀ ਖਬਰ ਇਹ ਮਿਲ ਜਾਂਦੀ ਹੈ। ਹੋਇਆ ਕਿ ਇੱਕ ਮੀਟਿੰਗ ਰੱਖੀ ਗਈ ਸੀਗੀ, ਉਹਦੇ ਵਿੱਚ ਉਹ ਸੀਗਾ ਕਿ ਟੋਟਲੀ ਡਿਸਕਸ਼ਨ ਹੋਣੀ ਸੀ ਅੱਤਵਾਦ ਦੀ ਸਮੱਸਿਆ ਦੇ ਵਿੱਚ, ਜਿਹਦੇ ਵਿੱਚ ਸਾਡੇ ਵਿਦੇਸ਼ ਮੰਤਰੀ ਜੀ ਵੀ ਗਏ ਹੋਏ ਸੀਗੇ। ਉੱਥੋਂ ਖਬਰ ਇਹ ਆਈ ਹੈ ਕਿ ਵਿਦੇਸ਼ ਮੰਤਰੀ ਜੀ ਦੀ ਭੂਮਿਕਾ ਇਹ ਰਹੀ ਹੈ ਕਿ ਤਾਲਿਬਾਨ ਨਾਲ ਮੁਲਾਕਾਤ ਕੀਤੀ ਹੈ, ਤੇ ਕਤਰ ਦੇ ਇੱਕ ਸਰਕਾਰੀ ਅਧਿਕਾਰੀ ਨੇ ਇਹਦਾ ਖੁਲਾਸਾ ਕਰ ਦਿੱਤਾ। ਅੱਤਵਾਦ ਅਤੇ ਸੰਘਰਸ਼ ਤੇ ਸਮੱਸਿਆਵਾਂ ਦੇ ਉੱਤੇ ਇਹ ਜਿਹਨੂੰ ਕਹਿੰਦੇ ਆ ਵਿਚੋਲਗੀ ਵਾਲੀ ਇੱਕ ਮੀਟਿੰਗ ਸੀਗੀ। ਕਤਰ ਦੇ ਵਿਸ਼ੇਸ਼ ਦੂਤ ਨੇ, ਜਿਹਦਾ ਨਾਮ ਹੈਗਾ ਮੁਤਲਾਕ ਬਿਨ ਮਾਜਿਦ ਅਲ, ਇਹਨੇ ਇਹਦੀ ਜਿਹੜੀ ਇੱਕ ਮਹੱਤਵਪੂਰਨ ਟਿੱਪਣੀ ਤੋਂ ਬਾਅਦ ਭਾਰਤ ਸਰਕਾਰ ਦੇ ਵੱਲੋਂ ਕੋਈ ਵੀ ਹਾਲੇ ਤੱਕ ਪ੍ਰਤੀਕਿਰਿਆ ਆਈ ਨਹੀਂ ਅਜੇ ਤੱਕ। ਦੱਸਿਆ ਜਾਂਦਾ ਕਿ ਅਧਿਕਾਰਤ ਤੌਰ ਤੇ ਅਫਗਾਨਿਸਤਾਨ ਦੇ ਵਿੱਚ ਭਾਰਤ ਕੇਵਲ ਅਫਗਾਨ ਸਰਕਾਰ ਦਾ ਜਿਹੜਾ ਹੈਗਾ ਮਿਆਦ ਹੈ ਉਹਨੂੰ ਮਾਨਤਾ ਦੇ ਰਿਹਾ ਹੈਗਾ। ਤੇ ਇਸ ਮਾਮਲੇ ਵਿੱਚ ਜਿਹੜੀ ਇਹ ਮੀਟਿੰਗ ਹੋਈ ਹੈ, ਇਹਦੇ ਵਿੱਚ ਤਾਲਿਬਾਨ ਨੂੰ ਕੋਸਦੇ ਰਹੇ ਨੇ। ਯਾਦ ਰੱਖੋ ਕਿ ਇਸ ਤੋਂ ਪਹਿਲਾਂ ਬੀਜੇਪੀ ਤੇ RSS ਦੇ ਬੰਦਿਆਂ ਦੇ ਉੱਤੇ ਪਾਕਿਸਤਾਨ ਦੀ ਜਿਹੜੀ ਖੁਫੀਆ ਏਜੰਸੀ ISI ਆ, ਉਹਦੇ ਨਾਲ ਵੀ ਸਾਂਠਗਾਂਠ ਦੇ ਦੋਸ਼ ਲੱਗਦੇ ਰਹੇ ਨੇ। ਮੋਦੀ ਗਵਰਨਮੈਂਟ ਦੇ ਵੇਲੇ ਹੀ ਲੱਗਣੇ ਸ਼ੁਰੂ ਹੋ ਗਏ ਸੀ, 15 ਦੇ ਵਿੱਚ ਮੁੱਦਾ ਆਇਆ ਸੀਗਾ, ਪਰ ਇੱਕਦਮ ਦਬਾ ਲਿਆ ਗਿਆ ਸੀਗਾ। ਇਸ ਤਰ੍ਹਾਂ ਇਕੱਲੇ ਜਦੋਂ ਤੁਸੀਂ ਬਦਨਾਮ ਕਰਦੇ ਹੋ ਨਾ ISI ਨੂੰ ਲੈ ਕੇ, ਤਾਂ ਉਹ ਸਿਰਫ ਮੁਸਲਮਾਨਾਂ ਵਿਚਾਰਿਆਂ ਨੂੰ ਕਰ ਦਿੰਦੇ ਨੇ। ਬਿਲਕੁਲ ਟਾਰਗੇਟ ਹੀ ਉੱਧਰ ਹੁੰਦਾ ਹੈ। ਇਹਦੇ ਵਿੱਚੋਂ ਜਿਹੜੇ ਹੱਥ ਪੁੱਠੇ ਪਾਸੋਂ ਰੰਗੇ ਜਾ ਰਹੇ ਨੇ, ਜਾਂ ਇਹਦੇ ਗੰਗਾ ਦੇ ਵਿੱਚ ਕਿਹੜੇ ਨਹਾਉਂਦੇ ਨੇ, ਜਾਂ ਪੁੱਠੇ ਕੰਮਾਂ 'ਚ ਕਿਹੜੇ ਮੁਲਵਸ ਨੇ, ਉਹਦੇ ਵਿੱਚ ਸੰਘ ਤੇ BJP ਵਾਲੇ ਵੀ ਪਿੱਛੇ ਨਹੀਂ ਹੈਗੇ। ਹੁਣ ਸਵਾਲ ਇਹੀ ਹੈ ਕਿ ਠੀਕ ਹੈ ਬਈ,
ਤਾਲਿਬਾਨ ਨਾਲ ਤੁਹਾਡੀ ਹੋ ਗਈ ਮੀਟਿੰਗ, ਕੋਈ ਚੱਕਰ ਨਹੀਂ ਹੈਗਾ, ਪਰ ਇੰਨਾ ਤਾਂ ਜ਼ਿਕਰਾ ਕਰੋ ਵੀ ਤੁਹਾਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਤੁਹਾਡਾ ਵਿਦੇਸ਼ ਮੰਤਰੀ ਨੇ ਮੀਟਿੰਗ ਵੀ ਜਵਾਬ ਤਾਂ ਦੇ ਦਿਓ, ਹਾਂ ਨਾ ਚ ਜਵਾਬ ਤਾਂ ਦੇ ਦਿਓ। ਤੇ ਤੁਹਾਨੂੰ ਕੀ ਲੱਗਦਾ ਜਿਹੜਾ ਕਾਂਗਰਸ ਦਾ ਰਫੜ ਹੈ ਇਹ ਕਿਸੇ ਤਣ ਪੱਤਨ ਲੱਗੂਗਾ? ਤੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ, ਦੇਖੋ ਲਾਉਣਾ ਚਾਹੀਦਾ ਹੈ। ਉਹਦਾ ਕਾਰਨ ਇਹ ਹੈਗਾ ਕਿ ਜੇ ਨਾ ਤੁਸੀਂ ਲਾਓਗੇ ਨਾ ਫਿਰ ਕਾਂਗਰਸ ਦੀ ਪਾਵਰ ਵੱਡੀ ਜਾਊਗੀ। ਹਾਲ ਦੀ ਘੜੀ ਇਹ ਹੈਗਾ ਕਿ ਕਾਂਗਰਸ ਨੇ ਭਾਵੇਂ ਕੱਖ ਨਹੀਂ ਕੀਤਾ, ਲੇਕਿਨ ਵਿਰੋਧੀ ਤੇ ਤਕੜੀਆਂ ਨਾ ਹੋਣ ਕਰਕੇ ਫਾਇਦਾ ਉਹੀ ਚੀਜ਼ ਹੈ ਨਾ, ਮੇਨ ਤਾਂ ਉਹੀ ਗੱਲ ਹੈ। ਤੇ ਹੁਣ ਕਹਾਣੀ ਹੈ ਕਿ ਮੰਨ ਲਓ ਕਿ ਕਾਂਗਰਸ ਨੇ ਆਪਣਾ ਰਫੜ ਠੀਕ ਨਾ ਕੀਤਾ, 30 ਸੀਟਾਂ ਅਕਾਲੀ ਲੈ ਗਏ ਤਾਂ 25-20 ਲੈ ਗਏ ਆਪਣੇ ਆਪ ਵਾਲੇ ਲੈ ਗਏ, ਇੱਧਰੋਂ 2-4 ਲੈ ਗਏ, ਤਾਂ ਉਹ ਸੀਟਾਂ ਵੰਡੀਆਂ ਜਾਣਗੀਆਂ। ਮਤਲਬ ਕਾਂਗਰਸ ਦੀ ਪਾਵਰ ਵੰਡੀ ਜਾਊ ਜੇ ਆਪਾਂ ਦੇਸੀ ਬੋਲੀ ਜੀ। ਤੇ ਉਹੀ ਫਿਰ ਕਾਂਗਰਸ ਜਿਹੜੀ ਆਰਾਮ ਨਾਲ ਵੱਧ ਸੀਟਾਂ ਲੈਣੀ ਸੀਗੀ ਉਹ ਨਹੀਂ ਲੈ ਕੇ ਜਾਊ। ਫਿਰ ਕਿਸੇ ਇੰਨਾ ਹੈਗਾ ਵੀ ਪੋਜੀਸ਼ਨ ਟਾਈਟ ਰਹੂਗੀ ਐਤਕੀ, ਪਹਿਲਾਂ ਵਾਲੀ ਗੱਲ ਨਹੀਂ। ਹਾਂ, ਪੋਜੀਸ਼ਨ ਟਾਈਟ ਰਹਿ ਜਾਊਗੀ ਜੇ ਤੁਸੀਂ ਇਹ ਮਾਮਲੇ ਨੂੰ ਜਿਹੜਾ ਸੁਲਝਾ ਲਿਆ ਘਰੇ ਬਿਠਾ ਕੇ, ਜਿਵੇਂ ਹੁਣ ਕੁਛ ਲੱਗੇ ਹੋਇਆ ਵੀ ਕੈਪਟਨ ਨੂੰ ਕਹਿ ਦਿੱਤਾ ਵੀ ਆਹ ਭਾਈ 18 ਨਕਾਤੀ ਪ੍ਰੋਗਰਾਮ ਆ, ਇਹਨੂੰ ਤੂੰ ਛੇਤੀ ਲਾਗੂ ਕਰਨਾ। ਲਾਗੂ ਕੀ ਜਿਹੜੇ ਪੁਰਾਣੇ ਤੂੰ ਵਾਅਦੇ ਕੀਤੇ ਹੋਏ ਨੇ ਉਹ ਵਾਅਦਿਆਂ ਨੂੰ ਪੂਰੇ ਕਰੀ, ਇਹਨੂੰ ਤੋੜ ਨਿਭਾਈ। ਹੁਣ ਤੂੰ 4.5 ਸਾਲ ਤਾਂ ਤੇਰੇ ਲੰਘ ਗਏ ਨੇ, ਹੁਣ ਇਹਦੇ ਤੋਂ ਰੁੱਸੇ ਹੋਏ ਬੰਦੇ ਖੁਸ਼ ਹੁੰਦੇ ਨੇ ਕਿ ਨਹੀਂ ਹੁੰਦੇ, ਇੱਕ ਤਾਂ ਇਹ ਸਵਾਲ ਹੈ। ਦੂਜਾ ਹੈਗਾ ਕਿ ਕਾਂਗਰਸ ਕੋਲ ਹੁਣ ਜਿਹੜੀਆਂ ਇੱਕ ਧਿਰ ਤਾਂ ਹੈਗੀ ਹੈ ਕੈਪਟਨ ਅਮਰਿੰਦਰ ਵਾਲੀ, ਜਿਹੜਾ ਕਿ ਹੁਣ ਮੁੱਖ ਮੰਤਰੀ ਆ, ਬਾਕੀ ਸਿੱਧੂ ਸਾਹਿਬ ਵੀ ਫਿਰਦੇ ਹੈਗੇ ਨੇ। ਸਿੱਧੂ ਸਾਹਿਬ ਦੀ ਪ੍ਰੋਬਲਮ ਇਹ ਹੈਗੀ ਹੈ ਕਿ ਉਹ ਦੇਖੋ ਉਹਨਾਂ ਨੂੰ ਮੰਨਿਆ ਤਾਂ ਜਾਂਦਾ ਕਿ ਇਮਾਨਦਾਰ ਹੈਗੇ ਨੇ, ਪਰ ਮਸਲਾ ਇਹ ਹੈਗਾ ਕਿ ਇਮਾਨਦਾਰੀ ਦੇ ਨਾਲ ਨਾਲ ਨਾ ਤੁਹਾਡੇ ਕੋਲ ਵਿਜ਼ਨ ਹੋਣਾ ਚਾਹੀਦਾ। ਇਹ ਤਾਂ ਨਹੀਂ ਵੀ ਤੁਸੀਂ 6 ਮਹੀਨੇ ਆਰਾਮ ਨਾਲ ਆਪਣੇ ਘਰੇ ਬਹਿ ਗਏ ਤੇ ਉਸ ਤੋਂ ਬਾਅਦ ਵਿੱਚ ਫਿਰ ਤੁਸੀਂ ਆ ਕੇ ਬੋਲਣ ਲੱਗ ਗਏ ਜੀ ਆਹ ਮਾੜਾ ਹੋ ਗਿਆ, ਆਹ ਮਾੜਾ ਹੋ ਗਿਆ। ਤੁਸੀਂ ਜੇਕਰ ਅੱਜ ਮੈਂ ਐਜਾਜ਼ ਅਸ਼ਰਫ ਹੈਗੇ ਨੇ, ਭਾਰਤ ਦੇ ਬਹੁਤ ਅੱਛੇ ਪੱਤਰਕਾਰ ਨੇ, ਉਹਨਾਂ ਨੇ ਇੱਕ ਬੜਾ ਦਿਲਚਸਪ ਲੇਖ ਲਿਖਿਆ। ਹਾਲਾਂਕਿ ਉਹ ਪੂਰੇ ਇੰਡੀਆ ਦੀ ਪੋਲਿਟਿਕਸ ਦੀ ਕਮਾਂਡ ਰੱਖਦੇ ਨੇ, ਲੇਕਿਨ ਅੱਜ ਉਹਨਾਂ ਨੇ ਪੰਜਾਬ ਨੂੰ ਮੁਖਾਤਬ ਹੋ ਕੇ ਇੱਕ ਲੇਖ ਲਿਖਿਆ, ਉਹ ਪੜ੍ਹਨ ਵਾਲਾ ਨਿਊਜ਼ ਕਲਿੱਕ ਦੇ ਵਿੱਚ ਆ। ਉਹ ਕਹਿੰਦੇ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਹੈ ਉਹ ਪੰਜਾਬ ਦਾ ਇਮਰਾਨ ਖਾਨ ਬਣਨਾ ਚਾਹੁੰਦਾ। ਮਤਲਬ ਉਹਨਾਂ ਨੇ ਦੱਸਿਆ ਕਿ ਕਿੱਦਾਂ ਬਣਨਾ ਚਾਹੁੰਦਾ। ਉਹ ਕਹਿੰਦੇ ਕਿ ਜਿਵੇਂ ਜਿਵੇਂ ਸਿੱਧੂ ਐਕਸ਼ਨ ਕਰ ਰਿਹਾ ਵੀ ਆਹ ਵੀ ਮਾੜਾ ਜੀ, ਆਹ ਵੀ ਮਾੜਾ, ਸਾਰੇ ਮਾੜੇ ਇਮਰਾਨ ਖਾਨ ਵੀ ਕਰਦਾ ਹੁੰਦਾ ਸੀਗਾ। ਪਰ ਉਹ ਕਹਿੰਦੇ ਬੇਸਿਕ ਫਰਕ ਕੀ ਹੈ, ਇਮਰਾਨ ਖਾਨ ਨੇ ਮਤਲਬ ਇਹ ਸਾਰੇ ਕਰਦੇ ਨੇ ਇੱਕ ਆਪਣੀ ਪਾਰਟੀ ਵੱਖਰੀ ਬਣਾਈ, ਵੱਖਰੀ ਪਾਰਟੀ ਬਣਾ ਕੇ ਜਦੋਂ ਉਹਨੇ ਪਹਿਲੀ ਵਾਰ ਇਲੈਕਸ਼ਨ ਲੜੀ ਤਾਂ ਉਹ 2 ਹਲਕਿਆਂ ਤੋਂ ਚੋਣ ਲੜੀ ਤੇ ਦੋਹਾਂ ਤੋਂ ਹੀ ਹਾਰ ਗਿਆ। ਫਿਰ 2002 ਦੇ ਵਿੱਚ ਉਹਨੇ ਦੁਬਾਰੇ ਫਿਰ ਇਲੈਕਸ਼ਨ ਲੜੀ, ਜਦੋਂ ਇਲੈਕਸ਼ਨ ਲੜੀ ਉਹ ਇਕੱਲਾ ਹੀ ਜਿੱਤਿਆ, ਉਹਦੀ ਹੋਰ ਕੋਈ ਪਾਰਟੀ ਨਹੀਂ ਜਿੱਤੀ ਸੀਗੀ। ਤੇ ਇਸ ਤੇ ਚਲਦੇ ਉਹਦੇ ਤਲਾਕ ਵੀ ਹੋ ਗਏ, ਮਤਲਬ ਉਹਦਾ ਵਿਆਹਤਾ ਜ਼ਿੰਦਗੀ ਪ੍ਰਭਾਵਿਤ ਹੋ ਗਈ ਸੀ ਬੁਰੀ ਤਰ੍ਹਾਂ ਨਾਲ। ਉਹਨੇ ਆਪਣੇ ਆਟੋਬਾਇਓਗ੍ਰਾਫੀ ਦੇ ਵਿੱਚ ਲਿਖਿਆ ਕਿ ਮੇਰੀ ਜਿਹੜੀ ਸਾਬਕਾ ਘਰ ਵਾਲੀ ਮੈਨੂੰ ਪੁੱਛਦੀ ਸੀਗੀ ਵੀ ਤੂੰ ਹੁਣ ਆਹ ਜਿਹੜੀ ਸਿਆਸਤ ਹੈ ਇਹ ਕਦੋਂ ਕਹੇਗਾ ਵੀ ਇਹ ਸਿਆਸਤ ਤੇਰੇ ਬਸ ਦੀ ਨਹੀਂ ਹੈਗੀ, ਮੈਂ ਇਹਨੂੰ ਛੱਡਣ ਲੱਗਿਆ ਹੈਗਾ, ਕਿਉਂਕਿ ਉਹਦੀ ਪਤਾ ਸੀ ਚੰਗੀ ਤਰ੍ਹਾਂ। ਤੇ ਉਹ ਕਹਿੰਦਾ ਕਿ ਮੈਂ ਉਹਨੂੰ ਸਵਾਲ ਦਾ ਜਵਾਬ ਨਹੀਂ ਦੇ ਸਕਿਆ। ਲੇਕਿਨ ਐਜ਼ਾਜ਼ ਅਸ਼ਰਫ ਲਿਖਦਾ ਇਹਦੇ ਬਾਰੇ, ਇਮਰਾਨ ਖਾਨ ਬਾਰੇ, ਕਿ ਉਹ ਬੰਦਾ ਲੱਗਿਆ ਰਿਹਾ ਔਰ ਉਹ ਲੋਕਾਂ ਨੂੰ ਮਿਲਿਆ, ਜਨ ਸੰਪਰਕ ਰੱਖੇ, ਹੋਰ ਲੱਲੇ ਭੱਬੇ ਜਿਹੜੇ ਸਿਆਸਤ ਚ ਕਰਨੇ ਹੁੰਦੇ ਕੀਤੇ, ਤੇ ਉਹ ਫਿਰ ਇੱਕ ਦਿਨ ਪ੍ਰਧਾਨ ਮੰਤਰੀ ਬਣ ਗਿਆ। ਹੁਣ ਉਹ ਸਿੱਧੂ ਦੀ ਗੱਲ ਕਰਦਾ ਕਿ ਇਹ ਬੰਦਾ ਕਿਵੇਂ ਪੈਰਾਸ਼ੂਟ ਰਾਹੀਂ ਆਉਂਦਾ ਹੈ, ਆ ਕੇ ਜਿਹੜਾ ਹੈਗਾ ਫਿਰ ਪਹਿਲਾਂ ਤਾਂ ਬਾਦਲ ਦੇ ਬਹੁਤ ਨੇੜੇ ਹੁੰਦਾ ਹੈ, ਫਿਰ ਉਹਨਾਂ ਵਿਗੜ ਜਾਂਦੀ ਹੈ, ਬੀਜੇਪੀ ਦੇ ਲੀਡਰਾਂ ਨਾਲ ਰੱਖਦਾ, ਉਸ ਤੋਂ ਬਾਅਦ ਵਿਗੜ ਜਾਂਦੀ ਕਾਂਗਰਸ ਚ ਆ ਜਾਂਦਾ, ਉਹਦੀ ਹਾਈ ਕਮਾਂਡ ਨਾਲ ਰੱਖੀ। ਸਵਾਲ ਇਹ ਹੈਗਾ ਕਿ ਕਦੋਂ ਗਰਾਊਂਡ ਚ ਕਦੋਂ ਗਿਆ ਇਹ ਬੰਦਾ, ਗਰਾਊਂਡ ਦੇ ਵਿੱਚ ਜਾ ਕੇ ਲੋਕਾਂ ਨੂੰ ਕਦੋਂ ਇਹਨੇ ਲਾਮਬੰਦ ਕੀਤਾ ਤੇ ਕਿਹੜਾ ਵਿਜ਼ਨ ਹੈ। ਠੀਕ ਹੈ ਕਿ ਲੋਕਾਂ ਨਿੰਦਤਾ ਵੀ ਕੈਪਟਨ ਮਾੜਾ, ਪਰ ਉਹਦਾ ਬਦਲ ਕੀ ਹੈਗਾ ਹੁਣ। ਸੋ ਆਹ ਕੁਝ ਸਵਾਲ ਨੇ। ਐਜ਼ਾਜ਼ ਅਸ਼ਰਫ ਦੇ ਇੱਕ ਬਹੁਤ ਪਿਆਰੇ ਲੇਖ ਨੇ, ਇੱਕ ਉਹਨੇ ਸਟੋਰੀ ਕੀਤੀ ਹੈ, ਰਾਈਟ ਅਪ ਲਿਖਿਆ, ਉਹ ਪੜ੍ਹਨ ਵਾਲਾ। ਉਹ ਮੈਨੂੰ ਲੱਗਦਾ ਕਿ ਉਹਨੇ ਦੇਖਿਆ ਵੀ ਇਹ ਵੀ ਕ੍ਰਿਕਟਰ, ਉਹ ਵੀ ਕ੍ਰਿਕਟਰ ਆ। ਉਹਨੇ ਦੇਖਿਆ ਵੀ ਕਿਵੇਂ ਸਿੱਧੂ ਜਿਹੜਾ ਸਟਾਈਲ ਤਾਂ ਉਹਦੇ ਵਾਲਾ ਇਮਰਾਨ ਖਾਨ ਵਾਲਾ ਯੂਜ਼ ਕਰ ਰਿਹਾ। ਮੇਰੇ ਦਿਮਾਗ 'ਚ ਕਦੇ ਆਈਡੀਆ ਨਹੀਂ ਆਇਆ ਸੀ ਕਿ ਮੈਂ ਵੀ ਕੋਈ ਇਸ ਤਰ੍ਹਾਂ ਦਾ ਰਾਈਟ ਅਪ ਲਿਖ ਸਕਾਂ ਕਿ ਸਿੱਧੂ ਦਾ ਉਹਦੇ ਨਾਲ ਇਮਰਾਨ ਦੇ ਨਾਲ ਉਹ ਕਰਕੇ ਹੈ। ਲੇਕਿਨ ਉਹਨੇ ਬਹੁਤ ਸੋਹਣੇ ਢੰਗ ਨਾਲ ਕੀਤਾ ਤੇ ਉਹਦੇ ਵਿੱਚ ਸਿੱਧੂ ਦੀਆਂ ਕਮਜ਼ੋਰੀਆਂ ਦੱਸੀਆਂ। ਇੱਕ ਤਾਂ ਇਹ ਚੀਜ਼ ਹੈ, ਇਸ ਸਮੇਂ ਕਾਂਗਰਸ ਦੇ ਕੋਲ 2 ਚਿਹਰੇ ਨੇ, ਇੱਕ ਤਾਂ ਅਮਰਿੰਦਰ ਸਿੰਘ ਆ। ਅਮਰਿੰਦਰ ਸਿੰਘ ਦਾ ਵੀ ਉਹੀ ਹਾਲ ਹੈ ਵੀ ਉਹ ਆਪਣਾ ਜਿਹੜੇ ਹੈਗੇ ਆ ਆਮ ਵਰਕਰ ਤੋਂ ਦੂਰੀ ਬਣਾ ਕੇ ਰੱਖਦਾ ਕੰਮ। ਆਮ ਵਰਕਰ ਕੀ ਛੱਡੋ ਜੀ, ਬਸ ਉਹਨਾਂ ਨੂੰ ਤਾਂ ਇੱਕ ਅਲੱਗ ਹੀ ਲੀਡ ਕਲਾਸ ਨਾਲ ਹੀ ਹੈ, ਉਹ ਅਵੇਲੇਬਲ ਨੇ, ਬਾਕੀ ਤਾਂ
ਹਾਂ ਤੇ ਇਹੀ ਹਾਲ ਲਗਭਗ ਸਿੱਧੂ ਦਾ ਵੀ ਹੈਗਾ ਵੀ ਸਿੱਧੂ ਦਾ ਕਹਿਣ ਦਾ ਮਤਲਬ ਵੀ ਉਹਨੇ ਕੋਈ ਗਰਾਊਂਡ ਤੇ ਕੰਮ ਨਹੀਂ ਹੈਗਾ। ਸੋ ਕਾਂਗਰਸ ਨੂੰ ਹਾਲ ਦੀ ਘੜੀ ਜਿਹੜੇ 2 ਚਿਹਰੇ ਦਿਖਦੇ ਹੈਗੇ ਨੇ ਕਾਂਗਰਸ ਤੋਂ ਵੀ ਇਹੋ ਜਿਹੇ ਹੈਗੇ ਨੇ, ਇਸ ਕਰਕੇ ਕੋਈ ਇਹਨਾਂ ਨੂੰ ਖੁਦ ਹੀ ਇੱਕ ਢੰਗ ਨਾਲ ਸੋਲਵ ਕਰ ਲੈਣਾ ਚਾਹੀਦਾ ਮਸਲਾ। ਤੇ ਕਿਉਂਕਿ ਇਹ ਤਾਂ ਹੈ ਨਹੀਂ ਵੀ ਜਿਹੜੇ ਬੰਦੇ ਕੋਈ ਸਿੱਧੂ ਦੇ ਵਿੱਚੋਂ ਵੀ ਚਮਤਕਾਰ ਲੱਭ ਰਹੇ ਨੇ ਉਹ ਘੱਟੋ ਘੱਟ ਮੈਨੂੰ ਤਾਂ ਦਿਖ ਨਹੀਂ ਰਿਹਾ ਹੈਗਾ। ਅੱਛਾ, ਮੈਂ ਹੁਣੇ ਅਪਡੇਟ ਵੇਖ ਰਿਹਾ ਜੀ, ਸੁਨੀਲ ਜਾਖੜ ਦਾ ਬਿਆਨ ਆਇਆ। ਉਹਨਾਂ ਨੇ ਆਖਿਆ ਕਿ ਬਾਜਵਾ ਪਰਿਵਾਰ ਦੂਸਰਿਆਂ ਤੇ ਚਿੱਕੜ ਸੁੱਟਣ ਦੀ ਬਜਾਏ ਰਾਜ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਨਤਕ ਤੌਰ ਤੇ ਮਾਫੀ ਮੰਗੇ। ਹੈਲੋ, ਮੈਂ ਕਿਹਾ ਜੀ ਬਾਜਵਾ ਆਪਣੇ ਸੁਨੀਲ ਜਾਖੜ ਦਾ ਮੈਂ ਬਿਆਨ ਪੜ੍ਹ ਰਿਹਾ, ਹੁਣੇ ਹੀ ਕਿਹਾ ਉਹਨਾਂ ਨੇ। ਜੀ ਕਹਿੰਦੇ ਜੀ ਦੱਸੋ ਜੀ। ਉਹ ਕਹਿੰਦੇ ਨੇ ਕਿ ਬਾਜਵਾ ਪਰਿਵਾਰ ਦੂਸਰਿਆਂ ਤੇ ਚਿੱਕੜ ਸੁੱਟਣ ਦੀ ਬਜਾਏ ਰਾਜ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਨਤਕ ਤੌਰ ਤੇ ਮਾਫੀ ਮੰਗੇ। ਇਹ ਮਤਲਬ ਬਾਜਵਾ ਦਾ ਤਾਂ ਹੁਣ ਇਹ ਹੈ ਨਾ ਕਿ ਸੁਨੀਲ ਜਾਖੜ ਦਾ ਜਿਹੜਾ ਬਿਆਨ ਆਇਆ ਇਹ ਸਿੱਧੇ ਤੌਰ ਤੇ ਤੁਹਾਨੂੰ ਪਤਾ ਵੀ ਅੱਜ ਜਿਹੜੇ ਬਾਜਵਾ ਦੇ ਮੁੰਡੇ ਦੇ ਪਰਿਵਾਰ ਦੇ ਲੜਕੇ ਦੀ ਇਹਦੀ ਕਾਨਫਰੰਸ ਸੀਗੀ ਉਹਦੇ ਤੋਂ ਬਾਅਦ ਆਇਆ ਮੇਰੇ ਖਿਆਲ ਚ। ਹੁਣੇ ਆਇਆ ਜੀ, ਹੁਣੇ ਜਸਟ ਹੁਣੀ ਮਤਲਬ ਉਸ ਤੋਂ ਬਾਅਦ ਉਹਨੂੰ ਕਵਰ ਕੀਤਾ ਹੈਗਾ ਇਹ। ਤੇ ਇਹਦੇ ਵਿੱਚ ਸਾਫ਼ ਹੈ ਇਹਦੇ ਵਿੱਚੋਂ ਵੀ ਨਾ ਕੋਈ ਨਵੀਂ ਕੋਈ ਚੀਜ਼ ਨਹੀਂ ਦਿਖ ਰਹੀ ਵੀ ਤੁਸੀਂ ਹਾਈ ਕਮਾਂਡ ਕੋਲ ਜਾ ਆਏ। ਹਾਲੇ ਵੀ ਜਿਹੜਾ ਤੁਹਾਡਾ ਇੱਕ ਦੂਜੇ ਨੂੰ ਠਿੱਬੀ ਲਾਉਣ ਵਾਲਾ ਜਿਹੜਾ ਹੈਗਾ ਕੰਮ ਉਹ ਚੱਲੀ ਜਾ ਰਿਹਾ ਹੈਗਾ। ਸੋ ਮੈਨੂੰ ਲੱਗਦਾ ਵੀ ਠੀਕ ਆ ਵੀ ਇਹਦੇ ਵਿੱਚ ਇਹਦਾ ਹੱਲ ਇਹੀ ਸੀ ਵੀ ਬਾਜਵਾ ਦੇ ਉਹਦੇ ਰਿਸ਼ਤੇਦਾਰ ਨੇ ਮੁੰਡੇ ਨੇ ਫਤਿਹ ਜੰਗ ਦੇ ਨੇ ਨੌਕਰੀ ਛੱਡ ਦਿੱਤੀ, ਠੀਕ ਹੈ, ਇਹਨੂੰ ਥੋੜਾ ਇਸ ਤਰ੍ਹਾਂ ਕਰ ਦਿੰਦੇ ਵੀ ਠੀਕ ਆ ਭਾਈ ਤਾਂ ਹੁਣ ਅਸੀਂ ਇਹਨੂੰ ਵਾਪਸ ਕਰ ਲਿਆ ਵੀ ਅਸੀਂ ਹੁਣ ਦੇਖੋ ਜੀ ਜਾਂ ਕੋਈ ਏਦਾਂ ਦਾ ਫੈਸਲਾ ਨਾ ਲੈਂਦੇ ਕਿ ਸਾਡਾ ਫੈਸਲਾ ਗਲਤ ਸੀਗਾ। ਹੁਣ ਮਤਲਬ ਉਸੇ ਨੂੰ ਜਸਟੀਫਾਈ ਕਰਨ ਲਈ ਤੁਹਾਨੂੰ ਬਹੁਤ ਕੁਛ ਕਰਨਾ ਪੈ ਰਿਹਾ, ਜਿਵੇਂ ਆਪਾਂ ਕਹਿੰਦੇ ਨਾ ਵੀ ਇੱਕ ਝੂਠ ਬੋਲਣ ਤੋਂ ਬਾਅਦ ਕਈ ਸਾਰੇ ਝੂਠ ਬੋਲਣੇ ਪੈ ਰਹੇ ਨੇ। ਸੁਨੀਲ ਜਾਖੜ ਦਾ ਬਿਆਨ ਵੀ ਮੈਨੂੰ ਆਈ ਲੱਗਦਾ ਕਿ ਆਈ ਦਿਖਾਉਂਦਾ ਵੀ ਜਿਹੜੀ ਕਾਂਗਰਸ ਦਾ ਉਹ ਕਲੇ ਆ ਉਹ ਦਿੱਲੀ ਦਰਬਾਰ ਵੀ ਪਹੁੰਚ ਗਿਆ, ਲੇਕਿਨ ਅਜੇ ਤੱਕ ਉਹਦਾ ਕੋਈ ਹੱਲ ਹਾਲੇ ਪੰਜਾਬ ਵਿੱਚ ਉਹਦਾ ਕੋਈ ਅਸਰ ਨਹੀਂ ਦਿਖਣ ਲੱਗਿਆ। ਜੀ। ਸੋ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ, ਮਿਹਰਬਾਨੀ ਜੀ। ਸ਼ੁਕਰੀਆ ਜੀ, ਮਿਹਰਬਾਨੀ। ਦਨਿਆਲ ਸਾਹਿਬ ਇੱਕ ਚੀਜ਼ ਮੈਂ ਭੁੱਲ ਗਿਆ ਕਿਉਂਕਿ ਮੈਂ ਥੋੜਾ ਜਿਹਾ ਨਾ ਅੱਜ ਕੱਲ੍ਹ ਫੇਸਬੁੱਕ ਤੇ ਘੱਟ ਆ, ਹੁਣੇ ਦੇਖਿਆ ਸੀਗਾ ਕਿ ਤੁਹਾਡਾ ਜਨਮ ਦਿਨ ਹੈ, ਢੇਰ ਮੁਬਾਰਕਾਂ। ਥੈਂਕ ਯੂ ਜੀ, ਥੈਂਕ ਯੂ। ਤੁਹਾਡਾ ਜਿਹੜਾ ਆਉਂਦਾ ਵੀ ਜਿਹੜਾ ਸੋਹਣਾ ਸਮਾਂ ਹੋਵੇ ਤੇ ਅਰਥ ਭਰਪੂਰ ਜ਼ਿੰਦਗੀ ਤੁਸੀਂ ਜੀਓ। ਚਲ ਤੁਹਾਡੇ ਭਰਾਵਾਂ ਦਾ ਸਾਥ ਰਹੂਗਾ ਜੀ ਤੇ ਜ਼ਰੂਰ ਨਿਭਾਈ ਚੱਲਾਂਗੇ ਜਿੰਨੇ ਕੁ ਜੋਗੇ ਹੈ। ਪ੍ਰਮਾਤਮਾ ਨੇ ਕਹਿੰਦੇ ਨਾ ਮੈਂ ਉਹ ਅੱਜ ਕਹਿੰਦੇ ਅਰਦਾਸਾਂ ਕਈ ਵਾਰੀ ਚੰਗਾ ਕੰਮ ਕਰੋ ਹੁੰਦਾ। ਉਹ ਕਿਸਾਨ ਹੱਟ 13 ਜੀ ਵਾਲੇ ਐਕਸਪੋਜ਼ ਕੀਤੀ ਹੈ ਨਾ ਜਦੋਂ ਦੇ, ਉਦੋਂ ਦੇ ਇੰਨੇ ਕੁ ਫੋਨ ਕਾਲਸ ਆ ਰਹੀਆਂ, ਮੈਂ ਹੈਰਾਨ ਹੈ। ਸ਼ਿਵਿੰਦਰ ਜੀ ਅੱਜ ਇੱਕ ਫੌਜੀ ਆਇਆ, ਉਹ ਫੌਜੀ ਵਿਚਾਰਾ ਇੰਨਾ ਕਰੋਇਆ, ਉਹ ਕਹਿੰਦਾ ਮੈਂ ਪੈਨਸ਼ਨ ਦੇ ਮੇਰੇ ਸਾਰੇ ਪੈਸੇ ਲੁੱਟ ਕੇ ਲੈ ਗਏ। ਕਹਿੰਦੇ ਜੀ ਇਹਨਾਂ ਨੇ ਜਾਲ ਫੌਜ 'ਚ ਇਸ ਢੰਗ ਨਾਲ ਵਿਛਾਇਆ ਸੀ। ਕਹਿੰਦੇ ਇਹਨਾਂ ਦਾ ਇੱਕ ਜਿਹੜਾ ਪਾਰਟਨਰ ਸੀਗਾ ਉਹਦਾ ਮੁੰਡਾ ਫੌਜ 'ਚ ਸੀ ਤੇ ਉਹਦਾ ਪਿਓ ਜਾ ਕੇ ਫੌਜੀਆਂ ਤੋਂ ਪੈਸੇ ਲਵਾਉਣ ਲੱਗ ਪਿਆ। ਕਹਿੰਦਾ ਜੀ ਇੰਨੀ ਹੈਰਾਨੀ ਹੈ, ਕਹਿੰਦਾ 100-150 ਫੌਜੀ ਤਾਂ ਇਨ ਸਰਵਿਸ ਹੈ। ਕਹਿੰਦਾ 18 ਤੋਂ ਮੈਂ 16 ਤੋਂ ਮਗਰ ਤੁਰੇ ਫਿਰਦੇ ਆ। ਕਹਿੰਦਾ ਕੋਈ ਸੁਣਵਾਈ ਨਹੀਂ, ਚੈੱਕ ਲੈ ਕੇ ਤੁਰੇ ਫਿਰਦੇ ਆ। ਕਹਿੰਦਾ ਚੈੱਕਾਂ ਨਾਲ ਵੀ, ਨਾਲੇ ਤੁਹਾਨੂੰ ਵੀ ਪਤਾ ਵੀ ਚੈੱਕਾਂ ਨਾਲ ਪੈਸੇ ਤਾਂ ਮੁੜਦੇ ਨਹੀਂ, 10 ਮਹੀਨੇ ਕੈਦ ਹੈ। ਅਗਲਾ ਕਹਿੰਦਾ ਕੈਦ ਕੱਟ ਲਈ, ਹੁਣ ਸਿਵਲ ਸੂਟ ਕਰ ਲਾ। ਸਿਵਲ ਸੂਟ ਨੂੰ ਇਹਨਾਂ ਨੰਗਾ ਕੋਲੇ ਹੈ ਹੀ ਕੁਛ ਨਹੀਂ, ਜਿਹੜਾ ਆਪ ਹੀ ਕਹੀ ਜਾਂਦਾ ਮੇਰੇ ਕੋਲੇ ਤਾਂ ਘਰ ਰਹਿਣ ਨੂੰ ਘਰ ਹੈ ਨਹੀਂ। ਪਤਾ ਨਹੀਂ ਲੋਕਾਂ ਨੂੰ ਕਰੋੜਪਤੀ ਕਿਵੇਂ ਬਣਾਊਗਾ, ਉਹ ਸਮਝਦੇ ਕਿਉਂ ਨਹੀਂ ਲੋਕ। ਪਰ ਚਲੋ ਸ਼ੁਕਰ ਹੈ ਜੇ ਪ੍ਰਮਾਤਮਾ ਨੇ ਕਿਹਾ ਕਿ ਹਜੇ ਵੀ ਲੋਕ ਆ ਰਹੇ ਨੇ। ਮੈਂ ਤਾਂ ਅੱਜ ਵੀ ਇੱਕ ਹੋਰ ਨਵੀਂ ਚੀਜ਼ ਮੈਂ ਕੱਢਣ ਲੱਗਿਆ, ਤੁਹਾਨੂੰ ਦੱਸ ਦਿਆਂ। ਇਹ ਮਲਟੀ ਲੈਵਲ ਮਾਰਕੀਟਿੰਗ ਦੇ ਵਿੱਚ ਤੁਸੀਂ ਦੇਖਦੇ ਹੋਗੇ ਹੈਲਥ ਪ੍ਰੋਡਕਟ ਬੜੇ ਵੇਚ ਰਹੇ ਨੇ। ਇਹ ਲਿਸਨਰ ਵੀ ਸਾਡੇ ਸੁਣ ਲੈਣ। ਤੇ ਉਹ ਜੀ ਹੈਲਥ ਪ੍ਰੋਡਕਟ ਜਿਹੜੇ ਨੇ ਉਹ ਅਸਲ ਦੇ ਵਿੱਚ ਕਹਿੰਦੇ ਹੁੰਦੇ ਨਾ ਜਿਵੇਂ ਇੱਕ ਕੈਪਸੂਲ 600 ਬਿਮਾਰੀਆਂ ਦਾ ਇਲਾਜ, ਉਹ ਬੜੇ ਖਤਰਨਾਕ ਨੇ ਜੀ। ਬੜੀਆਂ ਨੈਗੇਟਿਵ ਰਿਪੋਰਟਸ ਆ ਰਹੀਆਂ। ਮੈਂ ਉਹਦਾ ਡਾਟਾ ਕਲੈਕਟ ਕਰ ਰਿਹਾ, ਤੇ ਜੇ ਕਿਸੇ ਵੀ ਸੱਜਣ ਮਿੱਤਰ ਕੋਲੇ ਇਹੋ ਜਿਹਾ ਡਾਟਾ ਹੋਵੇ ਜਾਂ ਕਿਸੇ ਦਾ ਪਰਿਵਾਰਕ ਮੈਂਬਰ, ਉਹ ਜਿਹੜੇ ਆਹ ਘਰਾਂ ਪਿੰਡਾਂ 'ਚ ਆ ਕੇ ਤੁਹਾਨੂੰ ਮੈਂਬਰ ਬਣਾਉਂਦੇ ਨੇ, ਫਿਰ ਉਹ ਤੁਹਾਨੂੰ ਕੈਪਸੂਲ ਵੇਚਦੇ ਨੇ, ਤੁਸੀਂ ਗਾਂਹ ਵੇਚਦੇ ਹੋ, ਇਹੋ ਜਿਹੇ ਬੰਦੇ ਤੋਂ ਕੈਪਸੂਲ ਲਿਆ, ਤੁਹਾਡੇ ਸਾਈਡ ਇਫੈਕਟ ਹੋਇਆ ਤਾਂ ਮੈਨੂੰ ਜ਼ਰੂਰ 9780141741 'ਤੇ ਸੰਪਰਕ ਕਰਿਓ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈ, ਤੁਸੀਂ ਵੀ ਕੰਮ ਕਰਿਓ ਜੀ ਇਹ 'ਤੇ। ਬਿਲਕੁਲ ਜੀ। ਬਾਕੀ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਲਗਾਤਾਰ ਇਸ ਤਰ੍ਹਾਂ ਜਿਹੜੇ ਲੋਕਾਂ ਦੇ ਸਰੋਕਾਰ ਆ ਉਹਦੇ ਨਾਲ ਤੁਹਾਡੀ ਜਿਹੜੀ ਪੱਤਰਕਾਰੀ ਉਹ ਲੋਕ ਸਰੋਕਾਰਾਂ ਨਾਲ ਜੁੜੀ ਰਹੇ। ਇੱਕ ਵਾਰ ਫਿਰ ਮੇਰੇ ਵੱਲੋਂ ਤੁਹਾਨੂੰ ਢੇਰ ਮੁਬਾਰਕ। ਮਿਹਰਬਾਨੀ ਜੀ, ਮਿਹਰਬਾਨੀ। ਸੋ ਤੁਸੀਂ ਮੇਰੀ ਗੁਜ਼ਾਰਿਸ਼ ਇਹ ਸੁਣ ਲਈ ਹੈ ਜੀ, ਕਿਉਂਕਿ ਪੱਤਰਕਾਰਤਾ ਤਾਂ ਹੁੰਦੀ ਜੀ ਲੋਕ ਮੁੱਦਿਆਂ ਦੀ। ਅਸਲ ਦੇ ਵਿੱਚ ਭੁੱਲ ਗਏ ਹਾਂ ਅਸੀਂ, ਟਲ ਗਏ ਹਾਂ, ਪਾਸਾ ਵੱਟ ਲਿਆ ਇਸ ਚੀਜ਼ ਤੋਂ। ਅਸੀਂ ਤਾਂ ਤਮਾਸ਼ਾ ਬਣਾਉਣ ਲੱਗ ਪਏ ਹਾਂ, TRP ਬਣਾਉਣ ਲੱਗ ਪਏ ਹਾਂ, ਕਿਹੜੇ ਪੇਜ ਦੇ ਕਿੰਨੇ ਵਿਊ ਨੇ। ਪਰ ਲੋਕ ਆਵਾਜ਼ ਬਣਨਾ, ਲੋਕਾਂ ਦੀ ਗੱਲ ਕਰਨਾ ਵੀ ਜਿਹੜੀ ਹੈਗੀ ਹੈ
ਉਹ ਬਹੁਤ ਜ਼ਰੂਰੀ ਹੈ। ਸੋ ਮੇਰੀ ਗੁਜ਼ਾਰਿਸ਼, ਤੁਸੀਂ ਪਲੀਜ਼ ਵੱਧ ਤੋਂ ਵੱਧ ਸੁਨੇਹੇ ਲਾਓ ਕਿ ਮੇਰੇ ਕੋਲ ਦੇਖੋ ਇੱਕ ਕੈਪਸੂਲ ਆ ਗਿਆ ਜੀ, ਪਤਾ ਨਹੀਂ ਵਿੱਚ ਕੀ ਕੁਛ ਹੈ। ਕੋਸ਼ਿਸ਼ ਕਰ ਰਿਹਾ ਕਿ ਕਿਸੇ ਸੱਜਣ ਮਿੱਤਰ ਦੀ ਦੋਸਤ ਦੀ ਮਦਦ ਦੇ ਨਾਲ ਮੈਂ ਭੇਜਿਆ ਉਹ ਕੈਪਸੂਲ ਟੈਸਟ ਹੋਣ ਦੇ ਲਈ 1-2, ਤੁਸੀਂ ਵੀ ਜ਼ਰੂਰ ਕੋਸ਼ਿਸ਼ ਕਰਿਓ। ਸੋ ਬਹੁਤ ਬਹੁਤ ਧੰਨਵਾਦ ਜੀ। ਅਤੇ ਇੱਕ ਫਿਲਹਾਲ ਇੱਕ ਬ੍ਰੇਕ ਦਾ ਸਮਾਂ।